हाय गहे जब ते तुमरे, तब ते को आँख तरे नहीं अन्यो। राम रहीम पुराण कुरान, अनेक कहे मत एक न मन्यो। सिमरत शास्त्र वेद सब, बहु भेद कहे हम एक न जान्यो। श्री असपान कृपा तुमरी कर, मैं न कहयो सब तुहे बखान्यो। सगल गुनाह के दाते स्वामी, बिनो सुनो एक दीना। देहो दरस नानक बलिहारी, जियड़ा बल बल कीना। सगल द्वार को छाड़ के, गयो तुआरो द्वारो। बाहे गए की लाज यस, गोविंद दास तुहार। तेरे कवन कवन कह गावा, तू साहिब गुनी निधना। तुम्हारी महिमा वर्ण ना सकूं, तू ठाकुर ऊच भगवता। सुको अटल गुर सेविय, ऐनस सहज सुभाय। दर्शन परसिय गुरु के, जन्म मरण दुख जाय। होए सिफत खसामदी, नूर अरसों कुरसों चटिया। तुद डिठे सच्चे पातशाह, मर जन्म जन्म दी कटिया। तुद डिठे सच्चे पातशाह, मर जन्म जन्म दी कटिया। सतनाम श्री वाहिगुरु साहिब जीओ। चमरटा गांठ ना जनई, लोग बिठावे पनहई रहाओ। आर नहीं जह तोपो, नहीं रामबी ठाओ रोपो। चमरटा गांठ ना जनई। वाहिगुरु जी का खालसा, वाहिगुरु जी की फतेह। वालिए कुल आलम, पतत पावन सतगुरु गरीब नवाज। गुरु ग्रंथ साहिब जियां दी पावन पवित्र हजूरी अंदर सभायमान हो रही गुरु की संगत। आप संगतां ने सतगुरां दे दरबार अंदर बैठ के गुरु की बाणी दे कीर्तन दियां जो दातां हन, आप संगतां ने सरवण कीतियां। सतगुरु पातशाह जियां ने ये अमृत वेले दा सुभागा समा बख्शिश किया है। गुरु अर्जन देव महाराज जियां दे बचन ने, अवर काज तेरा कितै न काम।
ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਬੈਠ ਕੇ ਜਿਹੜਾ ਭਜ ਤੋਂ ਭਾਵ ਭਜਨ ਕੀਤਾ ਹੈ, ਤੇ ਭਜਨ ਕਹਿੰਦੇ ਯਾਦ ਕਰਨ ਨੂੰ, ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਕੀਤਾ ਹੈ, ਜਿਨ੍ਹਾਂ ਨੇ ਉਹਦੇ ਨਾਮ ਨੂੰ ਭਜਿਆ ਹੈ, ਉਹਦੇ ਨਾਮ ਨੂੰ ਸਿਮਰਿਆ ਹੈ। ਇਹ ਜਪਿਆ ਹੋਇਆ ਨਾਮ ਜਿਹੜਾ ਹੈ, ਇਹ ਲੋਕ ਤੇ ਪਰਲੋਕ ਦੇ ਵਿੱਚ ਜਿਹੜਾ ਹੈ, ਇਹ ਸੁਖਦਾਈ ਹੋਵੇਗਾ। ਸਤਿਗੁਰਾਂ ਦੇ ਐਸੇ ਬਚਨ ਕਮਾਉਂਦਿਆਂ ਹੋਇਆਂ ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਕੀ ਬਾਣੀ ਪੜ੍ਹਨ ਵਾਸਤੇ, ਸਰਵਣ ਕਰਨ ਵਾਸਤੇ ਦਰਬਾਰ ਵਿੱਚ ਇਕੱਤਰਤ ਹੋਏ। ਇਸ ਵੇਲੇ ਲੜੀਵਾਰ ਗੁਰਬਾਣੀ ਦੀ ਕਥਾ ਦੇ ਅੰਦਰ ਆਪਾਂ ਇਹ ਜੋ ਸਤਿਗੁਰਾਂ ਦੀ ਬਾਣੀ ਹੈ ਸਰਵਣ ਕਰ ਰਹੇ ਹਾਂ। ਆਓ ਕੁਝ ਸਮੇਂ ਵਾਸਤੇ ਮਨ ਦੇ ਧਿਆਨ ਨੂੰ ਟਿਕਾ ਕੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਮਰਟਾ ਗਾਂਠ ਨਾ ਜਨਈ। ਸਾਹਿਬ ਭਗਤ ਰਵਿਦਾਸ ਜੀਆਂ ਦਾ ਇਹ ਜੋ ਸ਼ਬਦ ਹੈ ਆਪਾਂ ਸਰਵਣ ਕਰਨ ਜਾ ਰਹੇ ਹਾਂ। 40 ਸ਼ਬਦ ਭਗਤ ਰਵਿਦਾਸ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਰਜ ਕੀਤੇ ਭਗਤ ਰਵਿਦਾਸ ਜੀਆਂ ਦੇ। ਉਹਨਾਂ 40 ਸ਼ਬਦਾਂ ਦੇ ਵਿੱਚੋਂ 7 ਸ਼ਬਦ ਜਿਹੜੇ ਨੇ ਸੋਠ ਰਾਗ ਦੇ ਵਿੱਚ, ਜਿਹੜਾ ਰਾਗ ਇਸ ਵੇਲੇ ਚੱਲਦਾ ਪਿਆ, ਇਸ ਰਾਗ ਵਿੱਚ ਲਿਖੇ ਗਏ। ਇਹਦੇ ਤੋਂ ਪਹਿਲਾਂ 6 ਸ਼ਬਦ ਜਿਹੜੇ ਨੇ ਆਪਾਂ ਉਹ ਸਰਵਣ ਕੀਤੇ ਨੇ। ਅੱਜ ਇਹ ਸੋਠ ਰਾਗ ਦਾ ਜੋ ਅਖੀਰਲਾ ਅਤੇ 7ਵਾਂ ਸ਼ਬਦ ਹੈ ਭਗਤ ਰਵਿਦਾਸ ਜੀਆਂ ਦਾ, ਉਹ ਆਪਾਂ ਸਰਵਣ ਕਰਨ ਜਾ ਰਹੇ ਹਾਂ। 659 ਅੰਗ ਦੇ ਉੱਪਰ ਮਹਾਰਾਜ ਜੀਆਂ ਨੇ ਇਹ ਜੋ ਸ਼ਬਦ ਹੈ ਇਹ ਗੁਰਬਾਣੀ ਦਾ ਅੰਕਿਤ ਕੀਤਾ ਹੈ। ਇਸ ਤੋਂ ਉਪਰੰਤ 2 ਸ਼ਬਦ ਜਿਹੜੇ ਨੇ ਭਗਤ ਭੀਖਣ ਜੀਆਂ ਦੇ ਨੇ। ਉਸ ਤੋਂ ਉਪਰੰਤ ਧਨਾਸਰੀ ਰਾਗ ਅੱਗੇ ਪ੍ਰਾਰੰਭ ਹੋ ਜਾਂਦਾ ਹੈ। ਸੋ ਅੱਜ ਇਹ ਭਗਤ ਰਵਿਦਾਸ ਜੀਆਂ ਦਾ ਸੋਠ ਰਾਗ ਦਾ ਅਖੀਰਲਾ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਭਗਤ ਰਵਿਦਾਸ ਜੀ ਸੱਚੇ ਸੁੱਚੇ ਪ੍ਰਮਾਤਮਾ ਦੇ ਭਗਤ, ਬੰਦਗੀ ਕਰਨ ਵਾਲੇ, ਸੰਸਾਰ ਦੇ ਮੋਹ ਮਮਤਾ ਪਦਾਰਥਾਂ ਤੋਂ ਪਰੇ ਆਪਣੇ ਆਪ ਨੂੰ ਕੀਤਾ ਹੋਇਆ। ਇੱਕ ਦਿਨ ਭਗਵਾਨ ਜੀ ਨੇ ਸੋਚਿਆ ਵੀ ਇਹ ਭਗਤ ਜੋ ਹੈ ਇਹ ਪੂਰਨ ਭਗਤ ਹੈ, ਇਹਦੇ ਮਨ ਵਿੱਚ ਲਾਲਸਾ ਕੋਈ ਨਹੀਂ ਹੈ, ਲੋਭ ਕੋਈ ਨਹੀਂ ਹੈ, ਪਰ ਇਹ ਹੈ ਵਿਚਾਰਾ ਬੜਾ ਗਰੀਬ, ਜੁੱਤੀਆਂ ਗੰਢਦਾ, ਜੁੱਤੀ ਗੰਦੀ ਹੈ, ਮੰਦੀ ਹੈ, ਲਿਬੜੀ ਹੈ, ਉਸਨੂੰ ਕਈ ਤਰ੍ਹਾਂ ਦਾ ਮਿੱਟੀ ਗਾਰਾ ਲੱਗਾ। ਜੁੱਤੀ ਸਾਫ਼ ਕਰਨੀ ਪੈਂਦੀ ਹੈ, ਫਿਰ ਚਮੜੇ ਨੂੰ ਕੱਢਣਾ ਪੈਂਦਾ, ਕਿੰਨੀ ਮੁਸ਼ੱਕਤ ਕਰਦਾ। ਕਿਉਂ ਨਾ ਹੋਵੇ ਮੈਂ ਆਪਣੇ ਭਗਤ ਨੂੰ ਅਮੀਰ ਕਰ ਦੇਵਾਂ, ਧਨ ਪਦਾਰਥ ਦੇ ਦੇਵਾਂ, ਤਾਂ ਕਿ ਇਹਨੂੰ ਜੁੱਤੀਆਂ ਕੱਢਣ ਦਾ ਕੰਮ ਨਾ ਕਰਨਾ ਪਵੇ ਔਰ ਆਪਣੀਆਂ ਲੋੜਾਂ ਜਿਹੜੀਆਂ ਨੇ ਉਹ ਘਰੇ ਬੈਠਿਆਂ ਪੂਰੀਆਂ ਕਰ ਲਵੇ। ਭਗਵਾਨ ਜੀਆਂ ਨੇ ਵਿਚਾਰ ਕਰਕੇ ਤੇ ਕਹਿਣ ਲੱਗੇ ਕਿ ਸ਼ਾਹੂਕਾਰ ਦਾ ਰੂਪ ਬਣਾ ਕੇ ਨਾ, ਸ਼ਾਹੂਕਾਰ ਬਣ ਕੇ ਤੇ ਪਾਰਸ ਦੀ ਵੱਟੀ ਲੈ ਕੇ ਭਗਤ ਰਵਿਦਾਸ ਜੀ ਜਿੱਥੇ ਜੁੱਤੀ ਗੰਢਦੇ ਪਏ, ਛੱਪਰ ਛੰਨਦੇ ਬਾਰ-ਬਾਰ, ਤੇ ਉੱਥੇ ਆ ਗਿਆ। ਕਹਿਣ ਲੱਗੇ ਮੈਂ ਇੱਕ ਯਾਤਰੂ ਹਾਂ ਤੇ ਯਾਤਰਾ ਤੇ ਚੱਲਿਆ ਹਾਂ। ਮੇਰੇ ਕੋਲ ਇੱਕ ਪਾਰਸ ਦੀ ਵੱਟੀ ਹੈ, ਬੜਾ ਮਹਿੰਗਾ ਮੇਰੇ ਕੋਲ ਪਦਾਰਥ ਵਸਤੂ ਹੈ, ਜਿਹੜੀ ਲੋਹੇ ਨੂੰ ਸੋਨਾ ਕਰ ਦਿੰਦੀ, ਤਾਂਬੇ ਤੇ ਪਿੱਤਲ ਨੂੰ ਵੀ ਸੋਨਾ ਬਣਾ ਦਿੰਦੀ ਹੈ। ਤੁਸੀਂ ਰੱਬ ਦਾ ਨਾਮ ਲੈਣ ਵਾਲੇ ਹੋ, ਮੈਨੂੰ ਤੁਹਾਡੇ ਤੇ ਬੜਾ ਯਕੀਨ ਹੈ। ਤੁਸੀਂ ਇਸ ਤਰ੍ਹਾਂ ਕਰੋ ਵੀ ਇਹ ਪਾਰਸ ਦੀ ਵੱਟੀ ਆਪਣੇ ਕੋਲ ਪੱਥਰ ਰੱਖ ਲਵੋ, ਤੇ ਮੈਂ ਜਦੋਂ ਯਾਤਰਾ ਕਰਕੇ ਵਾਪਸ ਮੁੜਾਂਗਾ ਫਿਰ ਤੁਹਾਡੇ ਕੋਲੋਂ ਇਹ ਪਾਰਸ ਆਪਣਾ ਲੈ ਜਾਵਾਂਗਾ। ਭਗਤ ਰਵਿਦਾਸ ਜੀਆਂ ਨੇ ਸੁਣੇ ਬਚਨ, ਆਪਣੇ ਕੰਮ ਵਿੱਚ ਲੱਗੇ ਹੋਏ, ਤੇ ਉਹਨਾਂ ਨੇ ਇਸ਼ਾਰੇ ਦੇ ਨਾਲ ਆਖਿਆ ਵੀ ਇਹ ਜੋ ਛੱਪਰ ਹੈ ਨਾ, ਇਹਦੇ ਵਿੱਚ ਲਿਜਾ ਕੇ ਤੇ ਕੱਪੜੇ ਦੇ ਵਿੱਚ ਬੰਨ੍ਹ ਕੇ ਤੇ ਰੱਖ ਦਿਓ, ਜਦੋਂ ਜੀਅ ਕਰੇਗਾ ਆ ਕੇ ਲੈ ਜਾਇਓ। ਹੁਣ ਭਗਵਾਨ ਜੀ ਨੇ ਸ਼ਾਹੂਕਾਰ ਦੇ ਰੂਪ ਦੇ ਵਿੱਚ ਉਹਨਾਂ ਨੇ ਕੱਪੜੇ ਦੇ ਵਿੱਚ ਉਹ ਪਾਰਸ ਬੱਧਾ। ਗੁਰਮੁਖੋ ਪਾਰਸ ਹੈ ਪੱਥਰ ਹੀ ਹੈ, ਪਰ ਉਹਦੇ ਵਿੱਚ ਰੱਬ ਨੇ ਇਹ ਕਰਾਮਾਤ ਤੇ ਤਾਕਤ ਬਖਸ਼ੀ ਹੈ ਕਿ ਉਹ ਜਿਹੜਾ ਪਾਰਸ ਹੈ ਨਾ ਉਹ ਲੋਹੇ ਨੂੰ ਸੋਨਾ ਕਰ ਦਿੰਦਾ। ਇਹ ਤਾਕਤ ਉਹਦੇ ਵਿੱਚ, ਤਾਂ ਉਸ ਨੂੰ ਪਾਰਸ ਆਖਿਆ ਜਾਂਦਾ।
ਉਹਨੂੰ ਸ਼ਾਹੂਕਾਰ ਨੇ ਉਹ ਜਿਹੜਾ ਪਾਰਸ ਸੀ ਕੱਪੜੇ ਵਿੱਚ ਬੰਨ੍ਹ ਕੇ ਤੇ ਛੱਪਰ ਦੇ ਵਿੱਚ ਰੱਖ ਦਿੱਤਾ। ਤੇ ਕੁਝ ਸਮੇਂ ਬਾਅਦ ਸ਼ਾਹੂਕਾਰ ਸੋਚਦਾ ਪਿਆ ਵੀ ਹੁਣ ਤੇ ਭਗਤ ਜੀ ਬੜੇ ਅਮੀਰ ਹੋ ਗਏ ਹੋਣਗੇ, ਧਨ ਪਦਾਰਥਾਂ ਵਾਲੇ, ਮਹਿਲ ਮਾੜੀਆਂ ਬਣ ਗਏ ਹੋਣਗੇ ਤੇ ਬੜੇ ਧਨ ਵਾਲੇ, ਬੜੇ ਸੁੱਖ ਲੈਂਦੇ ਹੋਣਗੇ, ਜਾ ਕੇ ਵੇਖਣਾ ਚਾਹੀਦਾ। ਇਹ ਗੱਲ ਜਾਣ ਕੇ ਨਾ ਕੁਝ ਸਮੇਂ ਬਾਅਦ ਭਗਵਾਨ ਜੀ ਉਹ ਸ਼ਾਹੂਕਾਰ ਦੇ ਰੂਪ ਦੇ ਵਿੱਚ ਆਏ। ਆ ਕੇ ਕੀ ਵੇਖਦੇ ਵੀ ਭਗਤ ਜੀ ਤਾਂ ਉਸੇ ਤਰ੍ਹਾਂ ਫਿਰ ਜੁੱਤੀਆਂ ਗੰਢਦੇ ਪਏ, ਉਹੀ ਟੁੱਟਾ ਜਿਹਾ ਛੱਪਰ ਹੈ, ਉਹੀ ਟੁੱਟੀਆਂ ਜੁੱਤੀਆਂ ਕੋਲ ਪਈਆਂ ਤੇ ਕੰਮ ਕਰਦੇ ਪਏ। ਤੇ ਮਨ ਦੇ ਵਿੱਚ ਜਾਣਿਆ ਭਗਵਾਨ ਜੀ ਨੇ ਵੀ ਇਹ ਤੇ ਵਾਕਿਆ ਹੀ ਪੂਰਨ ਭਗਤ ਹੈ, ਇਹਨੂੰ ਤੇ ਪਦਾਰਥਾਂ ਨਾਲ ਮੋਹ ਹੀ ਕੋਈ ਨਹੀਂ ਹੈ। ਨਹੀਂ ਤੇ ਲੋਕ ਤੇ ਪਦਾਰਥ ਬਦਲੇ ਧਰਮ ਛੱਡ ਜਾਂਦੇ ਨੇ, ਧਰਮ ਦੀ ਸਹੁੰ ਖਾ ਜਾਂਦੇ ਨੇ। ਪਦਾਰਥ ਚਾਹੀਦਾ ਹੈ, ਧਰਮ ਨਹੀਂ ਚਾਹੀਦਾ। ਮਹਾਰਾਜ ਕਹਿਣ ਲੱਗੇ ਅਖਾਦ ਅਖਾਦਿਅੰਗ ਸਾਜਿਅੰਗ ਸਾਜ ਸਮਝਿਆ। ਗੁਰਬਾਣੀ ਦਾ ਮਹਾਵਾਕ ਹੈ ਕਿ ਲਾਲਚ ਵਿੱਚ ਆ ਕੇ ਵਿਅਕਤੀ ਉਹ ਵੀ ਪਦਾਰਥ ਖਾ ਜਾਂਦਾ ਜੇ ਇਸ ਪਦਾਰਥ ਨੂੰ ਖਾਣ ਤੋਂ ਧਰਮ ਨਾ ਕਰਦਾ ਹੈ ਵੀ ਇਹ ਨਾ ਖਾਏ। ਪਰ ਲਾਲਚ ਇਹੋ ਜਿਹਾ ਉਹ ਖਾਣਾ ਪਵੇਗਾ, ਨਹੀਂ ਖਾਵੇਗਾ ਤੇ ਫਿਰ ਗੁਜ਼ਾਰਾ ਕਿਵੇਂ ਹੋਵੇਗਾ। ਮਹਾਰਾਜ ਕਹਿਣ ਲੱਗੇ ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਣ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸਾ ਖਾਈ। ਇਹ ਗੁਰਬਾਣੀ ਦਾ ਬਚਨ ਹੈ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀਆਂ ਦਾ। ਇੱਕ ਬ੍ਰਾਹਮਣ ਹੈ ਤੇ ਆਪਣੇ ਆਪ ਨੂੰ ਤੇ ਉੱਚਾ ਕਹਿੰਦਾ ਵੀ ਮੈਂ ਉੱਚਾ ਸੁੱਚਾ ਤੇ ਮੈਂ ਬੜੇ ਮੰਤਰ ਪੜ੍ਹਦਾ, ਬੜੀ ਸੁਚਮਤਾਈ ਰੱਖਦਾ। ਤੇ ਬ੍ਰਾਹਮਣ ਗਊ ਨੂੰ ਮਾਤਾ ਮੰਨਦਾ ਤੇ ਕੋਈ ਗਾਂ ਲੈ ਕੇ ਲੰਘਣ ਲੱਗਾ ਕਹਿੰਦਾ ਵੀ ਇਹਦਾ ਟੈਕਸ ਦੇਣਾ ਪਵੇਗਾ, ਪੁੱਲ ਤੋਂ ਲੰਘ ਨਹੀਂ ਸਕਦਾ ਕਿਉਂਕਿ ਮੇਰੇ ਮਾਲਕ ਦਾ ਹੁਕਮ ਹੈ। ਗਰੀਬ ਵਿਅਕਤੀ ਨੇ ਟੈਕਸ ਤੇ ਦਿੱਤਾ ਤੇ ਜਦੋਂ ਗਾਂ ਲੰਘਦਿਆਂ ਕਿਤੇ ਗਾਂ ਨੇ ਗੋਬਰ ਕਰ ਦਿੱਤਾ ਪੁੱਲ ਦੇ ਉੱਪਰ ਤੇ ਭੱਜਾ ਗਿਆ ਗੋਬਰ ਚੁੱਕਣ ਵਾਸਤੇ। ਇਹਦੇ ਨਾਲ ਚੁੱਲ੍ਹਾ ਮੈਂ ਆਪਣਾ ਚੌਂਕਾ ਪਵਿੱਤਰ ਕਰਾਂਗਾ। ਤੇ ਮਹਾਰਾਜ ਕਹਿਣ ਲੱਗੇ ਕੈਸਾ ਕਰਮ, ਇੱਕ ਪਾਸੇ ਮਾਂ ਆਖਦਾ, ਇੱਕ ਪਾਸੇ ਉਸ ਨੂੰ ਧਰਮ ਦਾ ਦਰਜਾ ਦਿੰਦਾ, ਉਹਦੇ ਗੋਬਰ ਦੇ ਨਾਲ ਚੌਂਕਾ ਸੁੱਚਾ ਕਰਨ ਦੀ ਗੱਲ ਕਰਦਾ, ਦੂਜੇ ਪਾਸੇ ਉਹਦੇ ਲੰਘਣ ਦਾ ਟੈਕਸ ਲੈਂਦਾ ਪਿਆ। ਕਿਉਂ ਲੈਂਦਾ ਪਿਆ? ਕਿਉਂਕਿ ਸੰਸਾਰ ਦੀ ਲੋੜ ਹੈ। ਵਿਅਕਤੀ ਉਹ ਕੰਮ ਕਰਦਾ ਜਿਸ ਕੰਮ ਨੂੰ ਧਰਮ ਮਨਾ ਕਰੇ ਤੇ ਫਿਰ ਵੀ ਕਰਨਾ ਪਵੇ। ਕਾਹਦੇ ਵਾਸਤੇ? ਲਾਲਚ ਵਿੱਚ ਆ ਕੇ। ਅਖਾਦ ਅਖਾਦਿਅੰਗ, ਜਿਹੜਾ ਕੰਮ ਨਹੀਂ ਕਰਨ ਵਾਲਾ, ਜਿਹੜਾ ਪਦਾਰਥ ਨਹੀਂ ਖਾਣ ਵਾਲਾ, ਉਹਨੂੰ ਵੀ ਖਾ ਜਾਂਦਾ ਹੈ। ਤੇ ਅਸਾਜਿਅੰਗ ਸਾਜ ਸਮਝਿਆ, ਜਿਹੜਾ ਕੱਪੜਾ ਨਹੀਂ ਤਨ ਤੇ ਸਜਾਉਣ ਵਾਲਾ, ਨਹੀਂ ਫਵਾਉਣ ਵਾਲਾ, ਨਹੀਂ ਪਾਉਣ ਵਾਲਾ, ਤੇ ਧਨ ਦੀ ਪ੍ਰਾਪਤੀ ਵਾਸਤੇ, ਮਾਇਆ ਵਾਸਤੇ ਉਹ ਵੀ ਪਾ ਲੈਂਦਾ ਨਾ। ਕਈ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਉੱਥੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਵੀ ਤੈਨੂੰ ਆਹ ਕੱਪੜੇ ਪਾਉਣੇ ਪੈਣਗੇ। ਤੇ ਕੱਪੜੇ ਕਿਸ ਤਰ੍ਹਾਂ ਦੇ ਨੇ? ਜਿਹਦੇ ਵਿੱਚ ਤੂੰ ਨੰਗਾ ਦਿਸੇ, ਤੇਰਾ ਚਮੜਾ ਦੂਜਿਆਂ ਦੀ ਨਮਾਇਸ਼ ਬਣੇ ਤੇ ਤੇਰਾ ਚੰਮ ਵੇਖ ਕੇ ਗਾਹਕ ਸਾਡੇ ਕੋਲ ਆ ਜਾਏ। ਉਹਨੂੰ ਕੱਪੜਾ ਪਾਉਣ ਵਾਲੇ ਨੂੰ ਵੀ ਪਤਾ ਹੈ ਵੀ ਇਹਦੇ ਵਿੱਚ ਮੈਂ ਨੰਗਾ ਹੋ ਕੇ ਦਿਸਾਂਗਾ, ਮੇਰਾ ਕੋਈ ਸੰਸਕਾਰ ਨਹੀਂ ਰਹਿ ਜਾਏਗਾ, ਮੈਨੂੰ ਚੰਗਾ ਨਹੀਂ ਕੋਈ ਕਹੇਗਾ। ਪਰ ਕਾਰਨ ਇਹ ਹੈ ਵੀ ਜੇ ਪਾਉਂਦਾ ਨਹੀਂ ਤੇ ਫਿਰ ਧਨ ਨਹੀਂ ਨਾ ਮਿਲੇਗਾ, ਫਿਰ ਰੁਤਬਾ ਨਹੀਂ ਮਿਲੇਗਾ। ਜਾਂ ਤੇ ਰੁਤਬਾ ਧਨ ਚਾਹੀਦਾ ਤੇ ਜਾਂ ਇੱਜ਼ਤ ਚਾਹੀਦੀ ਹੈ। ਮਹਾਰਾਜ ਕਹਿਣ ਲੱਗੇ ਸਾਜਿਅੰਗ ਸਾਜ ਸਮਝਿਆ, ਜਿਹੜੀ ਵਸਤੂ ਨਹੀਂ ਸਜਾਉਣ ਵਾਲੀ, ਧਨ ਦੇ ਲਾਲਚ ਵਿੱਚ ਬੰਦਾ ਉਹ ਵੀ ਸਜਾਉਂਦਾ ਹੈ, ਨੰਗਾ ਹੋ ਕੇ ਵਿਖਾਉਣਾ ਪਵੇ ਤੇ ਵਿਖਾ ਦਿੰਦਾ। ਜਿਹੜਾ ਪਦਾਰਥ ਨਹੀਂ ਖਾਣਾ ਉਹ ਵੀ ਖਾ ਕੇ ਵਿਖਾ ਦਿੰਦਾ ਹੈ, ਜਿਹੜਾ ਕੰਮ ਨਹੀਂ ਕਰਨਾ ਉਹ ਵੀ ਕਰਕੇ ਕਰ ਲੈਂਦਾ। ਇੱਕ ਪਾਸੇ ਧਰਮ ਕਰਮ ਤੇ ਸੰਸਕਾਰ ਮਾਂ ਬਾਪ ਨਾ ਕਰਦੇ ਵੀ ਆਹ ਕੰਮ ਨਹੀਂ ਕਰਨ ਵਾਲਾ, ਦੂਜੇ ਪਾਸੇ ਲਾਲਚ ਉਹ ਸਭ ਕੁਝ ਕਰਾਉਂਦਾ ਹੈ। ਕਿਸੇ ਬ੍ਰਾਹਮਣ ਨੂੰ ਪੁੱਛ ਲਿਆ ਨਾ ਕਿਸੇ ਰਾਜੇ ਨੇ, ਕਹਿਣ ਲੱਗਾ ਵੀ ਪਾਪ ਦਾ ਬਾਪ ਕੌਣ ਹੈ? ਪਾਪ ਦੇ ਡੈਡੀ ਦਾ ਬਾਪ ਦਾ ਨਾਮ ਕੀ ਹੈ, ਆਪ ਦੀ ਦੱਸੋ। ਤੇ ਬ੍ਰਾਹਮਣ ਨੇ ਉਸ ਵੇਲੇ ਆਪਣੇ ਘਰੇ ਜਾ ਕੇ ਜਦੋਂ ਇਹ ਸਵਾਲ ਪੁੱਛਿਆ ਤੇ ਉਹਦੀ ਪੁੱਤਰੀ ਬੜੀ ਸਿਆਣੀ, ਉਹਨੇ ਜਵਾਬ ਦਿੱਤਾ। ਕਹਿਣ ਲੱਗੀ ਬਾਪੂ, ਬਾਪ ਜਿਹੜਾ ਪਾਪ ਹੈ ਨਾ, ਇਹਦਾ ਬਾਪ ਲਾਲਚ ਹੈ। ਕਿਉਂਕਿ ਲਾਲਚ ਤੋਂ ਪਾਪ ਪੈਦਾ ਹੋਇਆ। ਲਾਲਚ ਹੋਵੇਗਾ ਤੇ ਪਾਪ ਤਾਂ ਹੀ ਕਰੇਗਾ ਨਾ। ਪਾਪ ਦਾ ਜਨਮ ਲਾਲਚ ਵਿੱਚੋਂ ਹੈ। ਜਿਵੇਂ ਜਿਵੇਂ ਲਾਲਚ ਵਧਿਆ ਉਵੇਂ ਉਵੇਂ ਪਾਪ ਵਧੇਗਾ। ਪਹਿਲੇ ਸਮੇਂ ਵਿੱਚ ਲੋੜਾਂ ਥੋੜ੍ਹੀਆਂ ਸਨ ਤੇ ਲਾਲਚ ਵੀ ਥੋੜ੍ਹਾ, ਤੇ ਲਾਲਚ ਥੋੜ੍ਹਾ ਤੇ ਪਾਪ ਵੀ ਥੋੜ੍ਹਾ। ਅੱਜ ਲੋੜਾਂ ਵਧੀਆਂ ਨੇ, ਲਾਲਚ ਵਧਿਆ ਤੇ ਨਾਲ ਪਾਪ ਵਧਿਆ। ਪਾਪ ਦਾ ਬਾਪ ਲਾਲਚ ਹੈ, ਲਾਲਚ ਤੋਂ ਸਭ ਕੁਝ ਪੈਦਾ ਹੋਇਆ। ਮਹਾਰਾਜ ਕਹਿਣ ਲੱਗੇ ਅਖਾਦ ਅਖਾਦਿਅੰਗ ਸਾਜਿਅੰਗ ਸਾਜ ਸਮਝਿਆ, ਨਹੀਂ ਖਾਣ ਵਾਲੇ ਪਦਾਰਥ ਨੂੰ ਖਾਣਾ ਪੈ ਗਿਆ, ਨਹੀਂ ਪਾਉਣ ਵਾਲੇ ਕੱਪੜੇ ਨੂੰ ਪਾਉਣਾ ਪੈ ਗਿਆ।
ਕਾਹਦੇ ਵਾਸਤੇ? ਲਾਲਚ ਵਿੱਚ ਆ ਗਿਆ। ਲਾਲਚ ਕਹਿੰਦਾ ਵੀ ਇਹ ਕੰਮ ਕਰੇਗਾ ਤੇ ਤੇਰੀ ਲੋੜ ਤਾਂ ਪੂਰੀ ਹੋਣੀ ਹੈ। ਪਰ ਇਹ ਤੇ ਸੰਸਾਰੀ ਬਿਰਤੀ ਹੈ ਨਾ, ਭਗਤਾਂ ਦੀ ਇਹ ਬਿਰਤੀ ਨਹੀਂ ਹੈ। ਲਾਲਚ ਵਿੱਚ ਬਹਿ ਨਹੀਂ। ਭਗਤ ਰਵਿਦਾਸ ਜੀ ਨੇ ਮਨ ਵਿੱਚ ਸੋਚਿਆ ਵੀ ਮੈਂ ਕੀ ਕਰਨਾ ਪਾਰਸ ਦਾ। ਜੁੱਤੀਆਂ ਗੰਢਦੇ ਪਏ, ਭਗਵਾਨ ਜੀ ਆ ਕੇ ਵੇਖਦੇ ਪਏ ਵੀ ਇਹ ਪੂਰਨ ਭਗਤ ਹੈ ਜਿਹਦੇ ਮਨ ਵਿੱਚ ਐਸੀ ਲਾਲਸਾ ਨਹੀਂ ਆਈ। ਨਹੀਂ ਤੇ ਲੋਕ ਤੇ ਦਮੜੇ ਦੇ ਵਾਸਤੇ ਚਮੜਾ ਛੱਡ ਦਿੰਦੇ, ਮਾਣ ਛੱਡ ਦਿੰਦੇ, ਪਰ ਇਹਨੇ ਨਹੀਂ ਵਰਤਿਆ ਪਾਰਸ। ਭਗਵਾਨ ਜੀ ਸੋਚਦੇ ਪਏ ਹੋ ਸਕਦਾ ਰਵਿਦਾਸ ਨੂੰ ਪਤਾ ਹੀ ਨਾ ਹੋਵੇ ਵੀ ਪਾਰਸ ਕੀ ਹੁੰਦਾ ਤੇ ਕੀ ਕਰ ਸਕਦਾ। ਆਪ ਉਹ ਪਾਰਸ ਦੀ ਵੱਟੀ ਚੱਕੀ ਅੰਦਰੋਂ ਜਿੱਥੇ ਰੱਖੀ ਸੀ, ਤੇ ਭਗਤ ਜੀਆਂ ਦੇ ਜਿਹੜੇ ਔਜ਼ਾਰ ਸਨ ਨਾ ਜੁੱਤੀਆਂ ਗੰਢਣ ਵਾਲੇ, ਜਿਵੇਂ ਰੰਬੀ ਹੈ ਜਾਂ ਹੋਰ ਕੋਈ ਚਮੜਾ ਕੱਟਣ ਵਾਲਾ ਕੋਈ ਹਥਿਆਰ ਲੋਹੇ ਦਾ, ਉਹ ਪਾਰਸ ਦੀ ਵੱਟੀ ਲਿਆ ਕੇ ਉਹਨਾਂ ਨਾਲ ਭਗਤ ਜੀ ਦੇ ਸਾਹਮਣੇ ਲਾ ਦਿੱਤੀ ਵੀ ਆਹ ਵੇਖ ਤੇਰੇ ਲੋਹੇ ਦੇ ਔਜ਼ਾਰ ਜਿਹੜੇ ਸੋਨੇ ਦੇ ਬਣ ਗਏ, ਤਾਂ ਕਿ ਹੁਣ ਪਤਾ ਲੱਗ ਜਾਵੇ ਵੀ ਇੰਨੀ ਭਾਰੀ ਕੀਮਤੀ ਚੀਜ਼ ਮੇਰੇ ਕੋਲ ਆ, ਮੈਂ ਵਰਤ ਨਹੀਂ ਸਕਿਆ, ਮੈਂ ਵਰਤ ਕੇ ਵਿਖਾ ਦੇਵਾਂ ਤਾਂ ਕਿ ਇਹ ਇਸ ਚੀਜ਼ ਨੂੰ ਵਰਤਣ ਦੇ ਯੋਗ ਬਣ ਜਾਵੇ, ਸਮਝ ਜਾਵੇ ਵੀ ਇਹ ਵਸਤੂ ਕੀ ਹੈ। ਹੁਣ ਰੰਬੀ ਵੀ ਸੋਨੇ ਦੀ ਬਣ ਗਈ ਹੈ, ਕਿੱਲ ਕੋਕਾ ਠੋਕਣ ਵਾਲੀਆਂ ਹਥੌੜੀਆਂ ਜਿਹੜੀਆਂ ਉਹ ਵੀ ਸੋਨੇ ਦੀਆਂ ਬਣ ਗਈਆਂ, ਹੋਰ ਵੀ ਜਿਹੜਾ ਚਮੜਾ ਕੱਟਣ ਵਾਲੇ ਔਜ਼ਾਰ ਸਨ ਉਹ ਸਾਰੇ ਸੋਨੇ ਦੇ ਬਣ ਗਏ। ਇਹ ਕੌਤਕ ਵਿਖਾ ਕੇ ਤੇ ਭਗਵਾਨ ਜੀ ਉੱਥੋਂ ਚਲੇ ਗਏ। ਭਗਤ ਜੀ ਹਲੇ ਬੈਠੇ ਨੇ, ਇੰਨੇ ਚਿਰ ਨੂੰ ਕੋਈ ਜੁੱਤੀ ਕਢਾਉਣ ਵਾਲਾ ਆ ਗਿਆ ਤੇ ਉਹਨੇ ਆਖਿਆ ਵੀ ਭਗਤ ਜੀ ਆਹ ਜੁੱਤੀ ਮੇਰੀ ਟੁੱਟੀ ਹੋਈ ਹੈ ਤੇ ਆਪ ਜੀ ਗੰਢ ਦਿਓ। ਤੇ ਭਗਤ ਜੀਆਂ ਨੇ ਜਵਾਬ ਦਿੱਤਾ, ਕਹਿਣ ਲੱਗੇ ਵੀ ਇਹ ਜੁੱਤੀ ਨਹੀਂ ਮੈਂ ਗੰਢ ਸਕਦਾ, ਕਿਉਂਕਿ ਜੁੱਤੀ ਹੁਣ ਗੰਢੀ ਨਹੀਂ ਜਾਣੀ। ਤੇ ਗੰਢਾਉਣ ਵਾਲਾ ਵਿਅਕਤੀ ਜਿਹੜਾ ਹੈਰਾਨ ਹੋ ਕੇ ਕਹਿਣ ਲੱਗਾ ਵੀ ਤੁਸੀਂ ਅੱਗੇ ਤੇ ਰੋਜ਼ ਜੁੱਤੀਆਂ ਗੰਢਦੇ ਹੋ, ਅੱਜ ਕੀ ਹੋ ਗਿਆ ਵੀ ਜੁੱਤੀ ਗੰਢੀ ਕਿਉਂ ਨਹੀਂ ਜਾਣੀ? ਤੇ ਭਗਤ ਰਵਿਦਾਸ ਜੀ ਕਹਿਣ ਲੱਗੇ ਨਾ ਗੰਢਣ ਦਾ ਕਾਰਨ ਇਹ ਹੈ ਵੀ ਅੱਜ ਮੇਰੇ ਕੋਲ ਔਜ਼ਾਰ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਚਮੜਾ ਕੱਟਣਾ, ਧਾਗਾ ਪਾਉਣਾ, ਚਮੜੇ ਦੇ ਪਾੜ ਕੇ ਚਮੜੇ ਨੂੰ ਵਿੱਚੋਂ ਦੀ ਧਾਗਾ ਕੱਢਣਾ ਹੈ ਅਤੇ ਫਿਰ ਉਸ ਧਾਗੇ ਨਾਲ ਜੁੱਤੀ ਸਿਉਣੀ ਹੈ। ਨਾ ਅੱਜ ਮੇਰੇ ਕੋਲ ਧਾਗਾ ਪਿਆ, ਨਾ ਅੱਜ ਮੇਰੇ ਕੋਲ ਰੰਬੀ ਹੈ, ਨਾ ਮੇਰੇ ਕੋਲ ਅੱਜ ਸੂਆ, ਮੇਰੇ ਕੋਲ ਉਹ ਔਜ਼ਾਰ ਨਹੀਂ ਹੈਗੇ ਜਿਨ੍ਹਾਂ ਨਾਲ ਜੁੱਤੀ ਗੰਢਾਂ, ਤੇ ਫਿਰ ਗੰਢਾਂ ਕਿਵੇਂ? ਤੇ ਭਗਤ ਜੀਆਂ ਨੇ ਫਿਰ ਇਹ ਜਿਹੜਾ ਸ਼ਬਦ ਹੈ ਨਾ ਆਪਾਂ ਸਰਵਨ ਕਰਨ ਜਾ ਰਹੇ, ਇਹ ਬਖਸ਼ਿਸ਼ ਕੀਤਾ ਹੈ। ਫਰਮਾਉਂਦੇ ਹਨ ਚਮਰਟਾ ਗਾਂਠ ਨਾ ਜਨਈ। ਕਹਿਣ ਲੱਗੇ ਭਗਤ ਰਵਿਦਾਸ ਜੀ ਆਪਣੇ ਆਪ ਨੂੰ ਕਹਿਣ ਲੱਗੇ ਮੈਂ ਰਵਿਦਾਸ ਚਮਾਰ ਜੋ ਹਾਂ, ਮੈਂ ਇਹ ਜਿਹੜੀ ਗਾਂਠ ਹੈ ਨਾ ਗੰਢ ਪਾਉਣੀ ਜੁੱਤੀ ਨੂੰ ਅੱਜ ਜਾਣਦਾ ਨਹੀਂ, ਅੱਜ ਮੇਰੇ ਕੋਲੋਂ ਇਹ ਗੰਢ ਪੈ ਨਹੀਂ ਸਕਦੀ ਹੈ। ਲੋਕ ਠਾਵੈ ਪਨਹੀ। ਲੋਕ ਪਨਹੀ ਤੋਂ ਭਾਵ ਜੁੱਤੀ ਮੇਰੇ ਕੋਲੋਂ ਕਢਾਉਣਾ ਚਾਹੁੰਦੇ, ਟੁੱਟੀਆਂ ਜੁੱਤੀਆਂ ਲੈ ਕੇ ਲੋਕ ਮੇਰੇ ਕੋਲ ਆਉਂਦੇ ਵੀ ਚਲੋ ਰਵਿਦਾਸ ਜੀਆਂ ਦੇ ਕੋਲ ਚੱਲੀਏ, ਉਹ ਜੁੱਤੀ ਗੰਢ ਦੇਣਗੇ। ਪਰ ਭਗਤ ਜੀ ਕਹਿਣ ਲੱਗੇ ਲੋਕ ਗਠਾਵੈ ਪਨਹੀ, ਲੋਕ ਮੇਰੇ ਕੋਲੋਂ ਪਨਹੀ ਜੋ ਜੁੱਤੀ ਆ ਨਾ ਉਹ ਗਠਾਵੈ ਕਹੀਏ ਗੰਢਾਉਣਾ ਚਾਹੁੰਦੇ, ਪਰ ਚਮਰਟਾ ਗਾਂਠ ਨਾ ਜਨਹੀ। ਮੈਂ ਚਮਿਆਰ ਜਾਤੀ ਨਾਲ ਸੰਬੰਧ ਰੱਖਦਾ ਹਾਂ, ਖਾਨਦਾਨੀ ਪਿਤਾ ਪੁਰਖੀ ਕੰਮ ਇਹ ਆ ਵੀ ਜੋੜਿਆਂ ਨੂੰ ਗੰਢਣਾ, ਪਰ ਅੱਜ ਉਹ ਜੁੱਤੀ ਜਿਹੜੀ ਹੈ ਨਾ ਉਹਨੂੰ ਗੰਢ ਪਾਉਣੀ, ਉਹਨੂੰ ਬਣਾਉਣਾ, ਉਹਨੂੰ ਸਿਉਣਾ, ਇਹ ਅੱਜ ਮੇਰੇ ਵੱਸ ਦੀ ਗੱਲ ਰਹੀ ਨਹੀਂ, ਅੱਜ ਮੈਂ ਕਰ ਨਹੀਂ ਸਕਦਾ। ਉਹਦਾ ਕਾਰਨ ਇਹ ਹੈ ਵੀ ਅੱਜ ਮੇਰੇ ਕੋਲ ਔਜ਼ਾਰ ਨਹੀਂ ਹੈਗੇ ਉਹ ਜਿਹੜੇ ਜਿਨ੍ਹਾਂ ਦੇ ਨਾਲ ਇਹ ਸਾਰੇ ਕੰਮ ਕਰਨੇ। ਅੱਜ ਮੇਰੇ ਕੋਲ ਇਹ ਜੁੱਤੀ ਵਿੱਚ ਧਾਗਾ ਪਾ ਕੇ ਗੰਢ ਨਹੀਂ ਪਾਈ ਜਾ ਸਕਦੀ, ਔਰ ਜੁੱਤੀ ਨੂੰ ਗਾਂਠ ਕਹੀਏ ਗੰਢਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਇਸ ਕਰਕੇ ਮੈਂ ਇਹ ਜੁੱਤੀ ਗੰਢ ਨਹੀਂ ਸਕਦਾ ਹਾਂ। ਰਹਾਉ ਆਰ ਨਹੀਂ ਜਿਹੇ ਤੋਪੋ। ਕਹਿਣ ਲੱਗੇ ਅੱਜ ਮੇਰੇ ਕੋਲ ਆਰ ਵੀ ਨਹੀਂ ਹੈ ਜਿਸ ਆਰ ਨੂੰ ਮੈਂ ਆਰ ਪਾਰ ਕਰਕੇ ਤੇ ਜੁੱਤੀ ਨੂੰ ਤੋਪਾ ਲਾਵਾਂ, ਕਿਉਂਕਿ ਭਗਵਾਨ ਜੀਆਂ ਨੇ ਸ਼ਾਹੂਕਾਰ ਦੇ ਰੂਪ ਦੇ ਵਿੱਚ ਸਾਰੀਆਂ ਚੀਜ਼ਾਂ ਸੋਨੇ ਦੀਆਂ ਬਣਾ ਦਿੱਤੀਆਂ। ਹੁਣ ਸੋਨਾ ਇੱਕ ਵੱਖਰੀ ਧਾਤ ਹੈ, ਉਹਦਾ ਕੰਮ ਕਰਨਾ ਇੱਕ ਵੱਖਰਾ ਸਿਸਟਮ ਹੈ, ਲੋਹਾ ਇੱਕ ਵੱਖਰੀ ਧਾਤ ਹੈ। ਭਗਤ ਜੀ ਕਹਿਣ ਲੱਗੇ ਅੱਜ ਮੇਰੇ ਕੋਲ ਆਰ ਨਹੀਂ ਹੈਗੀ ਜਿਹਦੇ ਨਾਲ ਮੈਂ ਤੋਪਾ ਲਾਵਾਂ, ਨਾ ਮੇਰੇ ਕੋਲ ਧਾਗਾ ਜਿਹਦੇ ਨਾਲ ਮੈਂ ਤੋਪਾ ਲਾ ਸਕਾਂ। ਅੱਜ ਮੇਰੇ ਕੋਲ ਇਹ ਸਾਰੇ ਔਜ਼ਾਰ, ਇਹ ਸਾਰੇ ਮੇਰੇ ਕੋਲ ਸ਼ਸਤਰ ਨਹੀਂ ਹਨ। ਨਹੀਂ ਰਾਂਬੀ ਠਾਓ ਰੋਪੋ। ਅਤੇ ਭਗਤ ਜੀ ਕਹਿਣ ਲੱਗੇ ਨਾ ਹੀ ਮੇਰੇ ਕੋਲ ਰੰਬੀ ਹੈ ਜਿਸ ਰੰਬੀ ਦੇ ਨਾਲ ਮੈਂ ਵਾਧੂ ਘਾਟੂ ਚਮੜੇ ਨੂੰ ਵੱਢ ਸਕਾਂ, ਵੱਢ ਕੇ ਕੱਟ ਕੇ ਉਹਦੀ ਥਾਂ 'ਤੇ ਨਵਾਂ ਚਮੜਾ ਲਾ ਕੇ ਤੇ ਫਿਰ ਉਸ ਜੁੱਤੀ ਟੁੱਟੀ ਹੋਈ ਨੂੰ ਗੰਢਾਂ। ਮੇਰੇ ਕੋਲ ਰੰਬੀ ਵੀ ਅੱਜ ਨਹੀਂ ਹੈ, ਕਿਉਂਕਿ ਰੰਬੀ ਲੋਹੇ ਦੀ ਹੈ ਤੇ ਲੋਹੇ ਦੇ ਚਮੜੇ ਨੂੰ ਕੱਟਣਾ, ਪਰ ਸ਼ਾਹੂਕਾਰ ਨੇ ਤੇ ਉਹ ਰੰਬੀ ਸੋਨੇ ਦੀ ਕਰ ਦਿੱਤੀ। ਹੁਣ ਸੋਨੇ ਦੀ ਰੰਬੀ ਚਮੜਾ ਕਿਵੇਂ ਕੱਟੇ?
ਨਹੀਂ ਰਾਂਬੀ, ਰਾਂਬੀ ਤੋਂ ਭਾਵ ਰੰਬੀ, ਕੱਟਣ ਵਾਲੀ, ਚਮੜੇ ਨੂੰ ਅਤੇ ਸਿੱਧਾ ਠੀਕ ਕਰਨ ਵਾਲੀ। ਠਾਓ ਰੂਪੋ ਨਹੀਂ ਹੈ ਮੇਰੇ ਕੋਲ, ਤੇ ਫਿਰ ਟੁੱਟੀ ਹੋਈ ਜੁੱਤੀ ਦਾ ਜਿਹੜੀ ਜਗ੍ਹਾ ਹੈ, ਰੂਪੋ ਕਹੀਏ ਕਿਵੇਂ ਉਹਨੂੰ ਸੀਵਾਂ ਤੇ ਕਿਵੇਂ ਬਣਾਵਾਂ, ਬਣਾ ਨਹੀਂ ਸਕਦਾ, ਇਹ ਮੇਰੀ ਮਜਬੂਰੀ ਬਣ ਗਈ ਹੈ। ਇਸ ਕਰਕੇ ਮੈਂ ਜੁੱਤੀ ਗੰਢ ਨਹੀਂ ਸਕਦਾ, ਤਾਂ ਮੇਰੇ ਕੋਲੋਂ ਇਹ ਜੁੱਤੀ ਗੰਢੀ ਨਹੀਂ ਜਾ ਰਹੀ ਹੈ। ਸੋ ਇਹ ਤੇ ਭਗਤ ਜੀਆਂ ਨੇ ਬਾਹਰੀ ਅਰਥ ਜਿਹੜੇ ਨੇ ਨਾ ਉਹ ਸਾਨੂੰ ਬਖਸ਼ਿਸ਼ ਕੀਤੇ ਸਮਝਣ ਵਾਸਤੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਦੇ ਵਿੱਚ ਆਪਾਂ ਨੂੰ ਅੰਤਰੀਵ ਜਿਹੜੇ ਅਰਥ ਨੇ ਉਹ ਵੀ ਮਹਾਰਾਜ ਬਖਸ਼ਿਸ਼ ਕਰਦੇ, ਜਿਹਦੇ ਕਰਕੇ ਇਹ ਸ਼ਬਦ ਉਚਾਰਿਆ ਹੈ। ਇਹਦਾ ਜਿਹੜਾ ਕੇਂਦਰੀ ਭਾਵ ਹੈ ਮਹਾਰਾਜ ਉਹ ਇੱਥੇ ਬਖਸ਼ਿਸ਼ ਕਰਦੇ। ਫਿਰ ਇਸ ਸ਼ਬਦ ਨੂੰ ਮਹਾਰਾਜ ਸ਼ੁਰੂ ਤੋਂ ਫਰਮਾਉਂਦੇ ਹਨ। ਚਮਰਾਟਾ ਗਾਂਠ ਨਾ ਜਨਈ। ਭਗਤ ਰਵਿਦਾਸ ਜੀ ਕਹਿਣ ਲੱਗੇ ਚਮਰਟਾ, ਇਹ ਜਿਹੜਾ ਚੰਮ ਦਾ ਅਟਿਆ ਹੋਇਆ ਸਰੀਰ ਬਣਿਆ ਹੋਇਆ, ਇਹ ਸਰੀਰ ਸਾਰਿਆਂ ਦਾ ਚੰਮ ਦਾ ਹੀ ਹੈ ਨਾ, ਤੇ ਚੰਮ ਦਾ ਸਰੀਰ ਹੋਣ ਕਰਕੇ ਇਹ ਅਟਿਆ ਹੋਇਆ, ਖਿੱਚਿਆ ਹੋਇਆ, ਤਣਿਆ ਹੋਇਆ, ਬੜਾ ਸੋਹਣਾ। ਦੁਨੀਆ ਦੇ ਲੋਕ ਚੰਮ ਦੇ ਸਰੀਰ ਦਾ ਮੁੱਲ ਪਾਉਂਦੇ। ਕਹਿਣ ਲੱਗੇ, ਇੱਕ ਰਾਜੇ ਨੇ ਸਵਾਲ ਕੀਤਾ ਵੀ ਕੋਈ ਇਹੋ ਜਿਹਾ ਵਿਅਕਤੀ ਹੈ ਜਿਹੜਾ ਮੈਨੂੰ ਘੋੜੇ ਤੇ ਚੜ੍ਹਨ ਤੋਂ ਪਹਿਲਾਂ ਪਹਿਲਾਂ ਗਿਆਨ ਕਰਵਾ ਦੇਵੇ, ਸੋਝੀ ਦੇ ਦੇਵੇ। ਬੜੇ ਬੜੇ ਵਿਦਵਾਨ ਆਏ, ਬੜੇ ਬੜੇ ਸੋਹਣੇ ਸੁਨੱਖੇ ਵਿਅਕਤੀ ਆਏ, ਗ੍ਰੰਥ ਜਿਨ੍ਹਾਂ ਨੇ ਪੜ੍ਹੇ ਹੋਏ, ਬੜੀਆਂ ਉਦਾਹਰਨਾਂ ਦਿੱਤੀਆਂ, ਪਰ ਰਾਜੇ ਦੀ ਤਸੱਲੀ ਨਾ ਕਰਾ ਸਕੇ। ਇਹਨੇ ਚਿਰ ਨੂੰ ਨਾ ਅਸ਼ਟਾਵਕਰ ਜੀ ਆ ਗਿਆ, ਨਾਮ ਹੀ ਉਹਨਾਂ ਦਾ ਅਸ਼ਟਾਵਕਰ ਸੀ, ਵੀ ਉਹਨਾਂ ਦੇ ਪੇਟ ਦੇ ਵਿੱਚ 8 ਵਲ ਪੈਂਦੇ ਸਨ, ਵੀ ਐਡਾ ਵੱਡਾ ਸਰੀਰ ਔਰ ਬੇਢੰਗਾ ਜਿਹਾ ਸਰੀਰ। ਜਦੋਂ ਅਸ਼ਟਾਵਕਰ ਦੀ ਸਭਾ ਵਿੱਚ ਆਏ ਨਾ, ਬੜੇ ਬੜੇ ਵਜ਼ੀਰ ਉੱਥੇ ਬੈਠੇ ਹੋਏ, ਪੜ੍ਹੇ ਹੋਏ ਆਲਮ ਫਾਜ਼ਲ ਲੋਕ ਬੈਠੇ ਹੋਏ, ਗ੍ਰੰਥਾਂ ਦਾ ਗਿਆਨ ਧਿਆਨ ਕਰਨ ਵਾਲੇ ਬੈਠੇ ਹੋਏ। ਅਸ਼ਟਾਵਕਰ ਜੀ ਨੂੰ ਆਇਆ ਵੇਖ ਕੇ ਸਾਰੇ ਹੱਸ ਪਏ, ਵਿੰਗਾ ਟਿੰਗਾ ਜਿਹਾ ਸਰੀਰ ਵੇਖ ਕੇ, ਚਾਲ ਵੀ ਵਿੰਗੀ ਟੇਢੀ ਵੇਖ ਕੇ ਹੱਸ ਪਏ ਸਾਰੇ। ਉਸ ਵੇਲੇ ਅਸ਼ਟਾਵਕਰ ਜੀਆਂ ਨੇ ਸਵਾਲ ਕੀਤਾ ਰਾਜੇ ਨੂੰ, ਕਹਿਣ ਲੱਗਾ ਵੀ ਰਾਜੇ ਨੇ ਸਾਰੇ ਚਮਿਆਰ ਕਿਉਂ ਬਿਠਾਏ ਸਭਾ ਦੇ ਵਿੱਚ? ਜਦੋਂ ਇਹ ਗੱਲ ਕਹੀ ਤੇ ਉਹਨਾਂ ਸਾਰਿਆਂ ਨੂੰ ਬੜਾ ਗੁੱਸਾ ਲੱਗਦਾ। ਕੋਈ ਆਖਦਾ ਮੈਂ ਸਵਰਨ ਜਾਤੀ ਨਾਲ ਸੰਬੰਧ ਰੱਖਦਾ, ਕੋਈ ਆਖਦਾ ਮੈਂ ਛਤਰੀ ਹਾਂ, ਕੋਈ ਆਖਦਾ ਮੈਂ ਬ੍ਰਾਹਮਣ ਹਾਂ, ਕੋਈ ਆਖਦਾ ਮੇਰੀ ਇਹ ਜਾਤ ਹੈ। ਇਸ ਬੰਦੇ ਨੇ ਸਾਨੂੰ ਚਮਿਆਰ ਕਿਉਂ ਆਖਿਆ ਹੈ? ਤੇ ਰਾਜੇ ਨੇ ਵੀ ਉਹੀ ਸਵਾਲ ਕੀਤਾ। ਕਹਿਣ ਲੱਗੇ ਜੀ ਤੁਸੀਂ ਮੇਰੀ ਸਭਾ ਦੇ ਇਹਨਾਂ ਵਿਅਕਤੀਆਂ ਨੂੰ ਇਹ ਨਾਮ ਕਿਉਂ ਦਿੱਤਾ, ਕਾਰਨ ਕੀ ਹੈ? ਤੇ ਅਸ਼ਟਾਵਕਰ ਜੀ ਕਹਿਣ ਲੱਗੇ ਮੈਂ ਨਾਮ ਤਾਂ ਦਿੱਤਾ ਕਿਉਂਕਿ ਇਹ ਲੋਕ ਚਮੜਾ ਦੇਖਦੇ ਪਏ ਨਾ, ਮੇਰਾ ਨਾ ਚਮੜਾ ਵੇਖਿਆ ਸਰੀਰ ਦਾ, ਵੀ ਮੇਰਾ ਸਰੀਰ ਵਿੰਗਾ ਟਿੰਗਾ ਜਿਹਾ, ਤੇ ਮੇਰੀ ਚਾਲ ਵੀ ਕੋਈ ਬਹੁਤੀ ਚੰਗੀ ਨਹੀਂ ਹੈ, ਮੇਰਾ ਰੰਗ ਰੂਪ ਵੀ ਬਹੁਤਾ ਸੋਹਣਾ ਨਹੀਂ ਹੈ, ਤੇ ਐਸਾ ਮੇਰਾ ਸਰੀਰ ਵੇਖ ਕੇ ਹੱਸੇ ਨੇ। ਇਹਦਾ ਮਤਲਬ ਇਹ ਹੋਇਆ ਵੀ ਇਹ ਚਮੜੇ ਦੇ ਵਪਾਰੀ ਨੇ, ਚਮੜੇ ਦੀ ਪਰਖ ਕਰਨੀ ਜਾਣਦੇ, ਤੇ ਚਮੜੇ ਦੀ ਪਰਖ ਜਿਨ੍ਹਾਂ ਨੂੰ ਆਉਂਦੀ ਫਿਰ ਇਹ ਚਮਿਆਰ ਹੀ ਹੋਏ ਨਾ। ਮੈਂ ਸੱਚ ਹੀ ਆਖਿਆ ਨਾ, ਝੂਠ ਤੇ ਕੋਈ ਨਹੀਂ ਨਾ ਆਖਿਆ। ਅਸ਼ਟਾਵਕਰ ਜੀਆਂ ਦਾ ਬਚਨ ਸੁਣ ਕੇ ਤੇ ਵਾਕਿਆ ਹੀ ਉਹ ਸਾਰੇ ਚੁੱਪ ਕਰ ਗਏ ਵੀ ਵਾਕਿਆ ਗੱਲ ਤੇ ਠੀਕ ਹੈ, ਅਸੀਂ ਇਹਦਾ ਸਰੀਰ ਵੇਖ ਕੇ ਹੱਸ ਪਏ, ਇਹਦੇ ਵਿੱਚ ਗੁਣ ਕੀ ਹੈ ਉਹ ਤੇ ਵੇਖਿਆ ਨਹੀਂ, ਇਹਦੇ ਵਿੱਚ ਸਿਆਣਪ ਕਿੰਨੀ ਕੁ ਹੈ ਉਹ ਨਹੀਂ ਵੇਖੀ ਹੈ। ਅੱਜ ਇਸੇ ਤਰ੍ਹਾਂ ਹੁੰਦਾ ਨਾ, ਅਸੀਂ ਕੋਈ ਵਸਤੂ ਲੈਣ ਵਾਸਤੇ ਜਾਂਦੇ, ਉਹਦੀ ਬਾਹਰੀ ਦਿੱਖ ਵੇਖੀ ਜਾਂਦੀ ਹੈ, ਪਰ ਅੰਦਰ ਉਹਦੇ ਗੁਣ ਕੀ ਹੈ, ਉਹਦਾ ਸੁਭਾਅ ਕੀ ਹੈ, ਉਹ ਕੀ ਕਰੇਗਾ, ਇਹ ਨਹੀਂ ਜਾਣਿਆ ਜਾਂਦਾ। ਤੇ ਰਿਸ਼ਤੇਦਾਰੀ ਬਣਾਉਣੀ ਹੈ ਨਾ, ਪ੍ਰਾਹੁਣਚਾਰੀ ਬਣਾਉਣੀ ਹੈ ਨਾ, ਲੜਕੇ ਲੜਕੀ ਵਾਸਤੇ ਘਰ ਵੇਖਣਾ ਨਾ, ਬਾਹਰੀ ਦਿੱਖ ਵੇਖੀ ਜਾਂਦੀ, ਅੰਦਰਲੇ ਗੁਣਾਂ ਨੂੰ ਕੌਣ ਵੇਖਦਾ? ਰੋਹ ਵਿਚਾਰ ਇੱਥੇ ਭਗਤ ਰਵਿਦਾਸ ਜੀ ਕਹਿ ਰਹੇ, ਕਹਿਣ ਲੱਗੇ ਚਮਰਟਾ ਗਾਂਠ ਨਾ ਜਨਹੀ। ਕਹਿਣ ਲੱਗੇ ਇਹ ਜਿਹੜਾ ਚੰਮ ਦਾ ਅਟਿਆ ਹੋਇਆ ਸਰੀਰ ਕੱਸਿਆ ਹੋਇਆ ਹੈ, ਤੇ ਭਗਤ ਜੀ ਕਹਿਣ ਲੱਗੇ ਗਾਂਠ ਨਾ ਜਨਹੀ। ਗਾਂਠ ਤੋਂ ਭਾਵ ਹੁੰਦਾ ਗੰਢ ਪਾਉਣੀ, ਸੰਸਾਰੀ ਮੋਹ ਪਾਉਣਾ, ਸੰਸਾਰੀ ਪ੍ਰੀਤੀ ਪਾਉਣੀ। ਕਹਿਣ ਲੱਗੇ ਮੈਂ ਨਹੀਂ ਜਾਣਦਾ, ਦੁਨੀਆ ਜਾਣਦੀ ਹੈ। ਦੁਨੀਆ ਨੂੰ ਪਤਾ ਵੀ ਕਿਹਦੇ ਕੋਲੋਂ ਕੰਮ ਲੈਣ ਲੱਗਿਆਂ ਕਿਵੇਂ ਬੋਲਣਾ ਹੈ, ਕਿਹਦੇ ਕੋਲੋਂ ਮਤਲਬ ਲੈਣ ਲੱਗਿਆਂ ਕਿਵੇਂ ਆਪਣਾਪਣ ਵਿਖਾਉਣਾ ਹੈ, ਕਿਹਨੂੰ ਮਤਲਬ ਦੇਣ ਲੱਗਿਆਂ ਬੇਰੁਖ ਹੋ ਜਾਣਾ ਹੈ ਵੀ ਮਤਲਬ ਦੇਣਾ ਨਾ ਪਵੇ। ਕਹਿਣ ਲੱਗੇ ਵੀ ਇਹ ਦਾ ਪੇਚ ਤੇ ਦੁਨੀਆ ਨੂੰ ਆਉਂਦੇ, ਪਰ ਮੈਨੂੰ ਨਹੀਂ ਆਉਂਦੇ ਦਾ ਪੇਚ ਵੀ ਇਹ ਮੋਹ ਦੀ ਗੰਢ ਕਿਵੇਂ ਪਾਉਣੀ ਹੈ, ਪ੍ਰੀਤੀ ਕਿਵੇਂ ਪਾਉਣੀ ਹੈ, ਕਿਸੇ ਨਾਲ ਪ੍ਰੇਮ ਕਿਵੇਂ ਪਾਉਣਾ, ਕਿਸੇ ਕੋਲੋਂ ਮਤਲਬ ਕਿਵੇਂ ਲੈਣਾ ਹੈ। ਕਹਿਣ ਲੱਗੇ ਵੀ ਇਹ ਜਿਹੜੀਆਂ ਗੰਢਾਂ ਨੇ ਨਾ, ਇਹ ਮੈਨੂੰ ਪਾਉਣੀਆਂ ਆਉਂਦੀਆਂ ਨਹੀਂ, ਇਹ ਦੁਨੀਆ ਪਾ ਸਕਦੀ ਹੈ ਤੇ ਪਾਉਂਦੀ ਪਈ ਹੈ, ਪਰ ਮੇਰੇ ਕੋਲ ਇਹ ਗੰਢ ਪਾਉਣ ਦਾ ਤਰੀਕਾ ਨਹੀਂ ਹੈ। ਲੋਕ ਗਠਾਵਾ ਪਨਹੀ। ਜਿਹੜੇ ਲੋਕ ਨੇ ਨਾ, ਲੋਕਾਂ ਨੂੰ ਗੰਢਾਂ ਪਾਉਣੀਆਂ ਆਉਂਦੀਆਂ, ਕਿਉਂਕਿ ਲੋਕਾਂ ਨੂੰ ਪਤਾ ਵੀ ਮੈਂ ਫਲਾਣੇ ਦੇ ਆਸਰੇ ਹਾਂ ਤੇ ਉਹ ਫਲਾਣੇ ਦੇ ਆਸਰੇ।
ਦੁਨੀਆ ਇੱਕ ਦੂਜੇ ਦੇ ਆਸਰੇ ਆ ਨਾ, ਵੀ ਤੂੰ ਮੇਰਾ ਮਤਲਬ ਕਰੇਗਾ ਮੈਂ ਤੇਰਾ ਕਰਾਂਗਾ। ਕੋਈ ਮਾਂ-ਬਾਪ ਦੇ ਆਸਰੇ ਆ, ਕੋਈ ਮਾਂ-ਬਾਪ ਬੱਚਿਆਂ ਦੇ ਆਸਰੇ ਆ। ਇੱਕ ਦੂਜੇ ਦਾ ਆਸਰਾ ਬਣੇ ਹੋਏ ਨਾ, ਧਿਰ ਬਣੇ ਹੋਏ। ਕਹਿਣ ਲੱਗੇ ਵੀ ਦੁਨੀਆ ਦੇ ਲੋਕ ਤੇ ਇੱਕ ਦੂਜੇ ਦਾ ਆਸਰਾ ਤੱਕੀ ਬੈਠੇ ਵੀ ਆਹ ਮੇਰੀ ਮਦਦ ਕਰੇਗਾ, ਸਮਾਂ ਪੈਣ ਤੇ ਮੈਂ ਇਹਦੀ ਮਦਦ ਕਰਾਂਗਾ। ਪਰ ਭਗਤ ਜੀ ਕਹਿਣ ਲੱਗੇ ਵੀ ਸਾਨੂੰ ਤੇ ਆਹ ਆਸਰਾ ਲੈਣ ਦਾ ਪਤਾ ਹੀ ਨਹੀਂ ਵੀ ਇਹ ਕਿਵੇਂ ਲਈਦਾ। ਲੋਕ ਗਠਾਵੈ ਪਨਹੀ, ਪਨਹੀ ਨਾਮ ਆਸਰੇ ਦਾ। ਦੁਨੀਆ ਦੇ ਲੋਕ ਇੱਕ ਦੂਜੇ ਦਾ ਆਸਰਾ ਲੈਣ ਵਾਸਤੇ ਬੜੀ ਹੁਸ਼ਿਆਰੀ ਵਰਤਦੇ ਨੇ, ਬੜੀ ਅਕਲ ਰੱਖਦੇ ਨੇ ਕੋਲ। ਜਾਂ ਪਨਹੀ ਦਾ ਦੂਜਾ ਅਰਥ ਵਿਦਵਾਨ ਕਰਦੇ ਨੇ ਸ਼ਰਨ ਪੈਣਾ। ਅੱਜ ਮੈਨੂੰ ਮਤਲਬ ਹੈ, ਮੈਂ ਇਹਦੀ ਸ਼ਰਨ ਪੈ ਜਾਵਾਂ, ਇਹਦੇ ਗੋਡੇ ਮੋਢੇ ਹੱਥ ਲਾਵਾਂ, ਪੈਰੀਂ ਹੱਥ ਲਾਵਾਂ, ਜੀ ਕਰਾਂ। ਮਤਲਬ ਨਿਕਲ ਗਿਆ, ਇਹਨੂੰ ਛੱਡ ਕੇ ਹੁਣ ਦੂਜੇ ਦੇ ਵੱਲ ਪੈ ਗਿਆ, ਹੁਣ ਉਹਦੇ ਵੱਲੇ ਚੱਲ ਪਿਆ, ਉਹਦੀ ਸ਼ਰਨ ਵਿੱਚ ਪੈ ਗਿਆ। ਉਹਦੇ ਕੋਲੋਂ ਮਤਲਬ ਨਿਕਲਿਆ, ਫਿਰ ਤੀਜੇ ਕੋਲ ਚਲਾ ਗਿਆ, ਚੌਥੇ ਕੋਲ ਚਲਾ ਗਿਆ। ਜਿਵੇਂ ਜਿਵੇਂ ਮਤਲਬ ਪੈਂਦਾ ਗਿਆ ਉਵੇਂ ਉਵੇਂ ਸ਼ਰਨ ਵਿੱਚ ਪੈਂਦਾ ਰਿਹਾ। ਤੇ ਜਦੋਂ ਮਤਲਬ ਨਿਕਲ ਗਿਆ, ਫਿਰ ਉਹਦੀ ਸ਼ਰਨ ਛੱਡ ਕੇ ਦੂਜੇ ਵੱਲੇ ਤੁਰ ਪਿਆ, ਦੂਜੇ ਤੋਂ ਫਿਰ ਤੀਜੇ ਵੱਲੇ ਹੋ ਗਿਆ। ਭਗਤ ਰਵਿਦਾਸ ਜੀ ਕਹਿਣ ਲੱਗੇ ਲੋਕ ਗਠਾਵੈ ਪਨਹੀ, ਲੋਕਾਂ ਨੂੰ ਸ਼ਰਨ ਪੈਣਾ ਬੜਾ ਆਉਂਦਾ, ਮਤਲਬ ਵਾਸਤੇ ਦੂਜੇ ਦੇ ਅੱਗੇ ਝੁਕਣਾ ਆਉਂਦਾ ਹੈ। ਤੇ ਕਹਿਣ ਲੱਗੇ ਪਰ ਇਹ ਦੁਨਿਆਵੀ ਲੋਕਾਂ ਵਿੱਚ ਗੁਣ ਨੇ, ਮੈਂ ਇਹ ਗੁਣ ਨੂੰ ਧਾਰਨ ਨਹੀਂ ਕਰ ਸਕਿਆ, ਮੇਰੇ ਕੋਲ ਇਹ ਗੁਣ ਨਹੀਂ ਹੈ। ਰਹਾਉ ਆਰ ਨਹੀਂ ਜਿਹੇ ਤੋਪੋ। ਭਗਤ ਜੀ ਕਹਿਣ ਲੱਗੇ ਇਹ ਜਿਹੜੀ ਸੰਸਾਰਕ ਬਿਰਤੀ ਰੂਪੀ ਆਰ ਹੈ ਨਾ, ਇਹ ਮੇਰੇ ਕੋਲ ਨਹੀਂ। ਸੰਸਾਰੀ ਬਿਰਤੀ, ਸੰਸਾਰੀ ਧਿਆਨ, ਕੰਮ ਕਰਨ ਤੋਂ ਪਹਿਲਾਂ ਆਪਣਾ ਫਾਇਦਾ ਸੋਚਣਾ, ਇਹਦੇ ਵਿੱਚ ਮੇਰਾ ਕੀ ਲਾਭ ਹੋਵੇਗਾ, ਦੂਜੇ ਨੂੰ ਕੀ ਨੁਕਸਾਨ ਹੋਵੇਗਾ। ਜੇ ਦੂਜੇ ਨੂੰ ਨੁਕਸਾਨ ਹੋ ਵੀ ਗਿਆ ਤੇ ਤਾਂ ਕੀ ਹੋਇਆ, ਮੇਰਾ ਤੇ ਫਾਇਦਾ ਹੁੰਦਾ ਪਿਆ ਨਾ। ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਵੀ ਆਪਣਾ ਉੱਲੂ ਸਿੱਧਾ ਕਰਨਾ। ਕਹਿਣ ਲੱਗੇ ਵੀ ਇਹ ਬਿਰਤੀ ਮੇਰੇ ਕੋਲ ਨਹੀਂ ਹੈ, ਜਿਹੜੀ ਸੰਸਾਰ ਦੇ ਲੋਕਾਂ ਦੇ ਕੋਲ ਹੈ। ਸੰਸਾਰੀ ਬਿਰਤੀ, ਸੰਸਾਰੀ ਕੰਮਾਂ ਨੂੰ ਵੇਖ ਲੈਣਾ ਵੀ ਇਹਦੇ ਵਿੱਚ ਨਫਾ ਮੈਂ ਕਰ ਲਵਾਂ, ਇਹਦੇ ਵਿੱਚ ਘਾਟਾ ਦੂਜੇ ਨੂੰ ਦੇ ਦੇਵਾਂ। ਤੇ ਜਦੋਂ ਬਾਪ ਪੂਰਾ ਹੋ ਜਾਂਦਾ ਨਾ, ਪੁੱਤਰਾਂ ਵਿੱਚ ਜ਼ਮੀਨ ਵੰਡਣ ਦੀ ਗੱਲ ਚੱਲ ਪਵੇ, ਤੇ ਸੰਸਾਰੀ ਬਿਰਤੀ ਹੈ ਨਾ, ਉਸ ਵੇਲੇ ਪੁੱਤਰ ਭਰਾ ਸਕੇ ਨੇ ਸੋਚਦੇ ਨੇ ਵੀ ਆਹ ਜ਼ਮੀਨ ਚੰਗੀ ਹੈ, ਚੰਗੀ ਉਪਜ ਦਿੰਦੀ ਹੈ, ਮੈਂ ਦੱਬ ਲਵਾਂ, ਆਹ ਮਾੜੀ ਹੈ, ਭਰਾ ਨੂੰ ਦੇ ਦੇਵਾਂ। ਸੰਸਾਰੀ ਬਿਰਤੀ ਹੈ ਨਾ ਵੀ ਇਹਦੇ ਵਿੱਚੋਂ ਲਾਭ ਮਿਲੇਗਾ, ਇਹਦੇ ਵਿੱਚੋਂ ਘਾਟਾ ਪਵੇਗਾ। ਜੇ ਕਿਸੇ ਨੇ ਦੁਕਾਨ ਕੀਤੀ ਹੈ, ਕੋਈ ਵਪਾਰ ਕੀਤਾ, ਤੇ ਉਹ ਵੀ ਸੋਚਦਾ ਭਾਵੇਂ ਭਰਾ ਤੇ ਸਕੇ ਹੀ ਨੇ, ਪਰ ਸੋਚ ਇਹ ਹੈ ਵੀ ਇਹਦੇ ਕੰਮ ਵਿੱਚੋਂ ਜ਼ਿਆਦਾ ਮੁਨਾਫਾ, ਆਹ ਦੁਕਾਨ ਜ਼ਿਆਦਾ ਟਿਕਾਣੇ ਤੇ ਆ ਮੈਨੂੰ ਮਿਲ ਜਾਵੇ, ਦੂਜੀ ਘੱਟ ਟਿਕਾਣੇ ਤੇ ਆ ਦੂਜੇ ਨੂੰ ਮਿਲ ਜਾਵੇ। ਆਹ ਬਿਜ਼ਨਸ ਚੰਗਾ ਚੱਲਦਾ ਮੈਂ ਸਾਂਭ ਲਵਾਂ, ਘੱਟ ਚੱਲਦਾ ਦੂਜੇ ਨੂੰ ਦੇ ਦੇਵਾਂ। ਇਹ ਸੰਸਾਰ ਦੇ ਲੋਕਾਂ ਦੀ ਬਿਰਤੀ ਹੈ, ਆਪਣਾ ਮਤਲਬ ਵੇਖ ਕੇ ਕੰਮ ਕਰ ਲੈਣਾ। ਪਰ ਭਗਤ ਰਵਿਦਾਸ ਜੀ ਕਹਿਣ ਲੱਗੇ ਵੀ ਮੇਰੇ ਕੋਲ ਭਾਈ ਇਹ ਬਿਰਤੀ ਕੋਈ ਨਹੀਂ ਹੈਗੀ। ਕਹਿਣ ਲੱਗੇ ਸੰਸਾਰਕ ਬਿਰਤੀ ਰੂਪ ਆਰ ਨਹੀਂ ਹੈ ਮੇਰੇ ਕੋਲ, ਜਿਹਦੇ ਨਾਲ ਮੈਂ ਇਹ ਕੰਮ ਕਰਾਂ, ਜਿਹੜੇ ਕੰਮ ਦੁਨੀਆ ਦੇ ਲੋਕ ਮੇਰੇ ਕੋਲੋਂ ਕਰਵਾਉਣਾ ਚਾਹੁੰਦੇ। ਕਿ ਮੈਂ ਕਿਸੇ ਨਾਲ ਗੰਢ ਤੁੱਪ ਕਰ ਲਵਾਂ, ਕਿਸੇ ਨੂੰ ਮਿੱਤਰ ਬਣਾ ਲਵਾਂ, ਉਹ ਮੇਰੇ ਕੋਲ ਅਵਸਥਾ ਨਹੀਂ ਹੈ, ਉਹ ਮੇਰੇ ਕੋਲ ਧਿਆਨ ਨਹੀਂ ਹੈ। ਮੈਂ ਇਸ ਪਾਸੇ ਇਹਨਾਂ ਕਾਰਜਾਂ ਵਿੱਚ ਨਹੀਂ ਪੈਂਦਾ ਹਾਂ। ਫਿਰ ਇਸ ਪੰਕਤੀ ਨੂੰ ਬਖਸ਼ਿਸ਼ ਕਰਦੇ ਹਨ। ਆਰ ਨਹੀਂ ਜਿਹੇ ਤੋਪੋ। ਕਹਿਣ ਲੱਗੇ ਮੇਰੇ ਕੋਲ ਮੋਹ ਰੂਪੀ ਆਰ ਨਹੀਂ ਹੈ, ਜਿਹਦੇ ਨਾਲ ਮੈਂ ਗੰਢ ਤੁੱਪ ਸੰਸਾਰੀ ਬਿਰਤੀ ਹੁੰਦਿਆਂ ਹੋਇਆਂ ਮੋਹ ਦੀ ਗੰਢ ਪਾ ਲੈਣੀ। ਇਹ ਮੇਰਾ ਪੁੱਤਰ ਹੈ, ਇਹ ਮੇਰੀ ਧੀ ਹੈ, ਇਹ ਮੇਰਾ ਬਾਪ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਸਕਾ ਸੰਬੰਧੀ ਹੈ, ਮੇਰਾ ਪੜੋਸੀ ਹੈ, ਗੁਆਂਢੀ ਹੈ। ਕਹਿਣ ਲੱਗੇ ਭਾਈ ਮੇਰੇ ਕੋਲ ਇਹ ਮੋਹ ਰੂਪੀ ਆਰ ਵੀ ਨਹੀਂ ਹੈ, ਮੈਂ ਨਹੀਂ ਪਾਉਂਦਾ ਕਿਸੇ ਨਾਲ ਮੋਹ। ਕਿਉਂਕਿ ਜਿਹਨੇ ਸੰਸਾਰ ਨਾਲ ਮੋਹ ਪਾਇਆ ਨਾ, ਉਹ ਸੰਸਾਰ ਵਿੱਚੋਂ ਨਿਕਲ ਨਹੀਂ ਸਕੇਗਾ। ਸੰਸਾਰ ਦਾ ਮੋਹ ਦੁਨੀਆ ਵਿੱਚ ਲੈ ਕੇ ਆਵੇਗਾ। ਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ। ਕਹਿਣ ਲੱਗੇ ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਲ ਵਾਲਿਓ ਤਰੈ। ਭਗਤਾਂ ਦੇ ਬਚਨ ਨੇ ਮੋਹ ਵਿੱਚ ਪੈ ਕੇ ਮਰਨ ਵੇਲੇ ਪੁੱਤਰਾਂ ਨੂੰ ਯਾਦ ਕਰ ਲਿਆ ਵੀ ਮੇਰੇ 4 5 6 7 ਪੁੱਤਰ ਨੇ, ਬੜੇ ਚੰਗੇ, ਬੜੇ ਆਗਿਆਕਾਰੀ, ਮੈਂ ਅੱਜ ਛੱਡ ਕੇ ਚੱਲਿਆ। ਕਹਿਣ ਲੱਗੇ ਇਸ ਮੋਹ ਦੀ ਬਿਰਤੀ ਨੂੰ ਜਦੋਂ ਯਾਦ ਕੀਤਾ ਨਾ, ਤੇ ਪ੍ਰਮਾਤਮਾ ਨੇ ਕੀ ਕੀਤਾ? ਪਰਮਾਤਮਾ ਨੇ ਸੂਰ ਦਾ ਜਨਮ ਦੇ ਕੇ ਦੁਨੀਆ ਤੇ ਤੋਰਿਆ। ਜੇ ਪੁੱਤਰਾਂ ਨਾਲ ਮੋਹ ਕਰਦਾ ਚੱਲ ਸੂਰ ਬਣ ਕੇ ਦੁਨੀਆ ਤੇ ਪੈਦਾ ਹੋ, ਜਿੰਨੇ ਮਰਜ਼ੀ ਬੱਚੇ ਪੈਦਾ ਕਰ ਤੇ ਜਿੰਨਾ ਮਰਜ਼ੀ ਮੋਹ ਉਹਨਾਂ ਦੇ ਨਾਲ ਕਰ।
ਸੰਸਾਰੀ ਲੋਕ ਮੋਹ ਕਰਦੇ ਬੱਚਿਆਂ ਨਾਲ, ਪਰਿਵਾਰ ਨਾਲ, ਸੰਸਾਰ ਨਾਲ, ਪਦਾਰਥਾਂ ਦੇ ਨਾਲ। ਇਹਦਾ ਕਾਰਨ ਇਹ ਹੋ ਗਿਆ ਵੀ ਉਹਨਾਂ ਨੂੰ ਜਨਮਾਂ ਵਿੱਚ ਆਉਣਾ ਪੈਂਦਾ। ਭਗਤ ਜੀ ਕਹਿਣ ਲੱਗੇ ਵੀ ਮੇਰੇ ਕੋਲੋਂ ਮੋਹ ਰੂਪੀ ਆਰ ਨਹੀਂ ਹੈ, ਨਾ ਮੈਂ ਇਸ ਮੋਹ ਦੇ ਵਿੱਚ ਪੈਣਾ ਚਾਹੁੰਦਾ, ਕਿਉਂਕਿ ਇਹ ਮੋਹ ਸੰਸਾਰ ਵਿੱਚ ਲੈ ਕੇ ਆਉਣ ਵਾਲਾ ਹੈ। ਸੰਸਾਰੀ ਲੋਕਾਂ ਦੇ ਕੋਲ ਮੋਹ ਹੈ, ਪਰ ਮੇਰੇ ਕੋਲ ਮੋਹ ਰੂਪੀ ਆਰ ਨਹੀਂ ਹੈ, ਜਿਹਦੇ ਨਾਲ ਮੈਂ ਸੰਸਾਰ ਵਿੱਚ ਤੋਪੋ ਕਹੀਏ ਗੰਢਿਆ ਜਾਵਾਂ, ਸੰਸਾਰ ਵਿੱਚ ਬੰਨਿਆ ਜਾਵਾਂ। ਮੇਰਾ ਵੀ ਤੋਪਾ ਸੰਸਾਰ ਨਾਲ ਲੱਗ ਜਾਵੇ, ਮੇਰਾ ਵੀ ਜੋੜ ਸੰਸਾਰ ਨਾਲ ਪੈ ਜਾਵੇ, ਵਾਰ-ਵਾਰ ਜਨਮਾਂ ਵਿੱਚ ਆਵਾਂ। ਮੈਂ ਐਸੀ ਮੋਹ ਰੂਪੀ ਆਰ ਨੂੰ ਪਾਲਿਆ ਨਹੀਂ, ਐਸੀ ਮੋਹ ਰੂਪੀ ਆਰ ਨੂੰ ਰੱਖਿਆ ਨਹੀਂ ਹੈ। ਨਹੀਂ ਰਾਂਬੀ ਠਾਓ ਰੋਪੋ, ਅਤੇ ਨਾ ਹੀ ਮੇਰੇ ਕੋਲ ਸੰਸਾਰਕ ਬੁੱਧੀ ਰੂਪੀ ਰੰਬੀ ਹੈ। ਸੰਸਾਰਕ ਬੁੱਧੀ ਨਫੇ ਅਤੇ ਘਾਟੇ ਦਾ ਸੌਦਾ, ਇਹਦੇ ਵਿੱਚੋਂ ਲਾਭ, ਇਹਦੇ ਵਿੱਚੋਂ ਨੁਕਸਾਨ। ਜੇ ਲਾਭ ਹੈ ਤੇ ਗਧੇ ਨੂੰ ਬਾਪ, ਜੇ ਨੁਕਸਾਨ ਹੈ ਤੇ ਬਾਪ ਨੂੰ ਗਧਾ ਕਹਿਣ ਵਾਲੀ ਬਿਰਤੀ ਮੇਰੇ ਕੋਲ ਨਹੀਂ ਹੈ। ਮੈਂ ਇਸ ਬਿਰਤੀ ਨੂੰ ਅਪਣਾਉਣਾ ਨਹੀਂ ਚਾਹੁੰਦਾ, ਪਰ ਸੰਸਾਰ ਦੇ ਲੋਕ ਇਸੇ ਤਰ੍ਹਾਂ ਕਰਦੇ। ਜਿੱਥੋਂ ਲਾਭ ਹੈ ਉੱਥੋਂ ਜੀ ਹਜ਼ੂਰੀ ਹੈ, ਜਿੱਥੋਂ ਘਾਟਾ ਹੈ ਉੱਥੋਂ ਮੂੰਹ ਪਰੇ ਮੋੜ ਲੈਣਾ। ਕਹਿਣ ਲੱਗੇ ਸੰਸਾਰੀ ਲੋਕਾਂ ਦਾ ਕੰਮ ਹੈ। ਤਾਂ ਹੀ ਆਖਿਆ ਨਾ, ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਤੇ ਸੰਸਾਰੀ ਲੋਕਾਂ ਦੀ ਬਿਰਤੀ ਵਿੱਚ ਗੁਰਮੁਖੋ ਬੜਾ ਫਰਕ ਹੁੰਦਾ। ਸੰਸਾਰੀ ਲੋਕ ਕੇਵਲ ਆਪਣੇ ਮਤਲਬ ਪ੍ਰਯੋਜਨ ਵਾਸਤੇ ਸੋਚਦੇ, ਭਗਤ ਕੇਵਲ ਭਲੇ ਵਾਸਤੇ ਸੋਚਦੇ, ਤਾਂ ਨਹੀਂ ਉਹਨਾਂ ਦੀ ਆਪਸ ਵਿੱਚ ਰਹਿ ਬਣ ਆਉਂਦੀ ਹੈ। ਭਗਤ ਜੀ ਕਹਿਣ ਲੱਗੇ, ਕਹਿੰਦੇ ਭਾਈ ਮੇਰੇ ਕੋਲ ਸੰਸਾਰਕ ਬੁੱਧੀ ਰੂਪੀ ਰੰਬੀ ਨਹੀਂ ਹੈ, ਜਿਹਦੇ ਕਰਕੇ ਮੈਂ ਸੁੱਖ ਦੇ ਥਾਂ ਨੂੰ ਰੋਕ ਲਵਾਂ ਵੀ ਇੱਥੋਂ ਸੁੱਖ ਮਿਲਣਾ, ਇਹਦੇ ਨਾਲ ਮਿੱਤਰਤਾ ਹੀ ਬਣ ਜਾਵੇ, ਇੱਥੋਂ ਦੁੱਖ ਮਿਲਣਾ ਪਰੇ ਹੋ ਜਾਵਾਂ। ਮੈਂ ਸੁੱਖ ਤੇ ਦੁੱਖ ਦੇ ਥਾਂ ਰੋਕਣ ਵਾਸਤੇ ਸੰਸਾਰੀ ਬਿਰਤੀ ਨੂੰ ਰੱਖਦਾ ਨਹੀਂ ਹਾਂ। ਇਹ ਮੇਰੇ ਕੋਲ ਕਹਿਣ ਲੱਗੇ ਰੰਬੀ ਨਹੀਂ ਹੈ। ਕਿਹੜੀ ਰੰਬੀ ਨਹੀਂ ਹੈ? ਸੰਸਾਰਕ ਸੁੱਖਾਂ ਨੂੰ ਪ੍ਰਾਪਤ ਕਰਨ ਵਾਲੀ ਸੰਸਾਰਕ ਬੁੱਧੀ ਰੂਪੀ ਮੰਦੀ ਜਿਹੜੀ ਹੈ ਰੰਬੀ ਮੇਰੇ ਕੋਲ ਨਹੀਂ ਹੈ, ਜਿਹਦੇ ਕਰਕੇ ਮੈਂ ਸੁੱਖਾਂ ਦੀ ਥਾਂ ਨੂੰ ਰੋਕਣਾ ਕਰਾਂ। ਫਿਰ ਬਖਸ਼ਿਸ਼ ਕਰਦੇ ਹਨ। ਨਹੀਂ ਰਾਂਬੀ ਠਾਓ ਰੋਪੋ, ਭਗਤ ਜੀ ਕਹਿਣ ਲੱਗੇ ਭਾਈ ਕੁਬੁੱਧੀ ਰੂਪੀ ਰੰਬੀ ਵੀ ਮੇਰੇ ਕੋਲ ਨਹੀਂ ਹੈ। ਕੁਬੁੱਧੀ ਤੋਂ ਭਾਵ ਹੁੰਦਾ ਖੋਟੀ ਮੱਤ, ਮਾੜੀ ਮੱਤ। ਮਾੜੀ ਮੱਤ ਰੂਪੀ ਰੰਬੀ ਮੇਰੇ ਕੋਲ ਨਹੀਂ ਹੈ। ਤੇ ਜਿਨ੍ਹਾਂ ਕੋਲ ਮਾੜੀ ਮੱਤ ਹੁੰਦੀ ਹੈ ਨਾ, ਉਹ ਕੀ ਕਰਦੇ? ਠਾਓ ਰੋਪੋ, ਦੂਜਿਆਂ ਦੇ ਹਿਰਦੇ ਵਿੱਚੋਂ, ਦੂਜਿਆਂ ਦੇ ਸਰੀਰ ਵਿੱਚੋਂ ਔਗਣਾਂ ਨੂੰ ਵੇਖਦੇ, ਔਗਣਾਂ ਵਾਲੀ ਬਿਰਤੀ ਬਣ ਜਾਂਦੀ ਹੈ। ਫਲਾਣਾ ਬੰਦਾ ਇਸ ਤਰ੍ਹਾਂ ਬੈਠਦਾ, ਉਹ ਇਸ ਤਰ੍ਹਾਂ ਉੱਠਦਾ, ਉਹ ਇੰਨਾ ਮਾੜਾ ਬੋਲਦਾ, ਉਹ ਮਾੜੇ ਖਰਚੇ ਕਰਦਾ, ਉਹਦਾ ਆਉਣਾ ਜਾਣਾ, ਬਹਿਣਾ ਖਲੋਣਾ, ਖਾਣਾ ਪੀਣਾ ਸਾਰਾ ਮਾੜਾ ਹੀ ਹੈ। ਦੂਜਿਆਂ ਦੇ ਦੋਸ਼ ਹਰ ਵੇਲੇ ਕੱਢਦੇ ਰਹਿਣਾ, ਆਪਣੇ ਵਿੱਚ ਨਹੀਂ ਵੇਖਣਾ ਵੀ ਮੇਰੀ ਕੀ ਕਰਤੂਤ ਹੈ, ਮੈਂ ਕਿੰਨੇ ਕੁ ਗੁਣਾਂ ਦਾ ਮਾਲਕ, ਇਹ ਨਹੀਂ ਵੇਖਿਆ। ਹਮੇਸ਼ਾ ਦੂਜੇ ਦੇ ਘਰ ਵੱਲ ਧਿਆਨ ਹੈ। ਜਿਵੇਂ ਭਗਤ ਜੀ ਕਹਿਣ ਲੱਗੇ ਕੁੱਤੇ ਦਾ ਧਿਆਨ ਤੇ ਛਕੂ ਵੱਲ ਹੈ, ਵੀ ਛਕੂ ਵਿੱਚ ਰੋਟੀ ਪਈ ਹੈ, ਪਰ ਕੁੱਤੇ ਨੂੰ ਇਹ ਨਹੀਂ ਪਤਾ ਵੀ ਮੇਰੇ ਮਗਰ ਡੰਡਾ ਲੈ ਕੇ ਵੀ ਕੋਈ ਖਲੋਤਾ, ਵੀ ਜੇ ਮੈਂ ਅੱਗੇ ਉਹਨੂੰ ਵਧਾਂਗਾ ਤੇ ਮਗਰੋਂ ਡੰਡਾ ਵੀ ਆ ਕੇ ਪੈਣਾ। ਸੰਸਾਰਕ ਲੋਕਾਂ ਦੀ ਬਿਰਤੀ ਕੁੱਤੇ ਵਰਗੀ ਹੋ ਜਾਂਦੀ ਹੈ। ਦੂਜੇ ਦੇ ਵੱਲ ਵੇਖਣਾ ਵੀ ਇਹਦੇ ਵਿੱਚ ਔਗਣ ਕਿਹੜਾ, ਮੈਨੂੰ ਲੱਭ ਜਾਵੇ, ਮੈਂ ਦੁਨੀਆ ਨੂੰ ਜਾ ਕੇ ਦੱਸਾਂ ਵੀ ਇਹ ਬੰਦੇ ਵਿੱਚ ਆ ਔਗਣ। ਤੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਨਾ ਗੁਰਮੁਖੋ, ਉਹਨਾਂ ਨੂੰ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਹਜਮ ਹੁੰਦਾ ਜਿੰਨਾ ਚਿਰ ਦੋ ਚਾਰ ਆਂਢੀਆਂ ਗੁਆਂਢੀਆਂ ਨੂੰ ਦੱਸ ਨਾ ਦੇਣ। ਤੇ ਰੱਬ ਭਲਾ ਕਰੇ ਜਿੰਨਾ ਚਿਰ ਦੋ ਚਾਰ ਬੰਦਿਆਂ ਨੂੰ ਫੋਨ ਨਾ ਘਰੋਂ ਬੈਠੇ ਕਰ ਲੈਣ, ਰਜਾਈ ਵਿੱਚੋਂ ਨੀਂਦ ਨਹੀਂ ਆਵੇਗੀ। ਔਗਣ ਵੇਖ ਲਿਆ ਨਾ, ਉਹਦਾ ਪ੍ਰਚਾਰ ਜਿੰਨਾ ਚਿਰ ਕਰ ਨਹੀਂ ਲੈਂਦਾ ਉਹਨਾਂ ਚਿਰ ਟਿਕੇਗਾ ਨਹੀਂ। ਕਹਿਣ ਲੱਗੇ ਭਾਈ ਇਹ ਖੋਟੀ ਬੁੱਧੀ ਰੂਪੀ ਰੰਬੀ ਹੈ, ਇਹ ਖੋਟੀ ਸੋਚ ਹੈ। ਜਿਹੜੇ ਇਸ ਤਰ੍ਹਾਂ ਦੂਜਿਆਂ ਦੇ ਦੋਸ਼ ਲੱਭਦੇ ਫਿਰਨ, ਔਗਣ ਲੱਭਦੇ ਫਿਰਨ, ਮੇਰੇ ਕੋਲ ਇਹ ਨਹੀਂ ਹੈ ਬਿਰਤੀ। ਮੈਂ ਨਹੀਂ ਵੇਖਦਾ ਦੂਜੇ ਦੇ ਔਗਣ। ਮੈਂ ਤੇ ਇਹ ਗੱਲ ਕਹਿੰਦਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਾਡੀ ਬਿਰਤੀ ਇਹ ਬਣ ਗਈ। ਪਰ ਦੁਨੀਆ ਦੇ ਲੋਕਾਂ ਦੀ ਬਿਰਤੀ ਗੁਰਮੁਖੋ ਕੀੜੀ ਵਰਗੀ ਹੈ। ਬੜਾ ਮਹਿੰਗਾ ਮਾਰਬਲ ਲੈ ਕੇ ਆਂਦਾ ਜਾ ਕੇ ਦੁਕਾਨ ਤੋਂ, ਲਾਉਣ ਵਾਲਾ ਕਾਰੀਗਰ ਵੀ ਬੜਾ ਮਹਿੰਗਾ ਲੱਭ ਕੇ ਲਿਆਂਦਾ। ਕਿਤੇ ਵਿਦੇਸ਼ ਵਿੱਚੋਂ ਬੁਲਾਇਆ ਗਿਆ ਵੀ ਇਹ ਚੰਗਾ ਪੱਥਰ ਲਾਵੇਗਾ। ਪੱਥਰ ਬੜਾ ਕੀਮਤੀ ਹੈ, ਲਾਉਣ ਵਾਲਾ ਬੜਾ ਸਿਆਣਾ, ਬੜੇ ਤਰੀਕੇ ਨਾਲ ਲਾਇਆ। ਦੁਨੀਆ ਵੇਖ ਕੇ ਕਹਿੰਦੀ ਹੈ ਵੀ ਬੜਾ ਸੋਹਣਾ ਪੱਥਰ ਘਰੇ ਲੱਗਾ। ਪਰ ਜੇ ਉੱਥੇ ਕੀੜੀ ਆ ਜਾਵੇ ਨਾ, ਕੀੜੀ ਇਹ ਨਹੀਂ ਵੇਖਦੀ ਵੀ ਲਾਉਣ ਵਾਲਾ ਕਿੰਨਾ ਮਹਿੰਗਾ ਕਾਰੀਗਰ ਹੈ, ਜਾਂ ਪੱਥਰ ਕਿੰਨਾ ਮਹਿੰਗਾ, ਜਾਂ ਇਹ ਘਰ ਦੀ ਕੀਮਤ ਕਿੰਨੀ ਹੈ। ਕੀੜੀ ਨੂੰ ਕੋਈ ਮਤਲਬ ਨਹੀਂ ਹੈ।
ਕੀੜੀ ਨੂੰ ਕੀ ਮਤਲਬ ਹੈ? ਕੀੜੀ ਨੂੰ ਮਤਲਬ ਇਹ ਹੈ ਵੀ ਮੈਨੂੰ ਸੁਰਾਖ ਲੱਭੇ ਤੇ ਮੈਂ ਉਹਦੇ ਅੰਦਰ ਚਲੇ ਜਾਵਾਂ। ਕੀੜੀ ਕੀਮਤੀ ਪੱਥਰ ਦੇ ਵਿੱਚੋਂ ਵੀ ਸੁਰਾਖ ਹੀ ਲੱਭਦੀ ਪਈ ਹੈ। ਕੀੜੀ ਜਿਹੜੀ ਹੈ ਕੀਮਤੀ ਕਾਰੀਗਰ ਦੇ ਕੀਤੇ ਕੰਮ ਦੇ ਵਿੱਚੋਂ ਸੁਰਾਖ ਲੱਭਦੀ ਹੈ। ਸੁਰਾਖ ਲੱਭੇ ਤੇ ਮੈਂ ਉਹਦੇ ਅੰਦਰ ਚਲੇ ਜਾਵਾਂ। ਲੋਕਾਂ ਦੀ ਬਿਰਤੀ ਇਸ ਤਰ੍ਹਾਂ ਦੀ ਬਣ ਜਾਂਦੀ ਕੀੜੀ ਵਰਗੀ। ਸਾਹਮਣੇ ਭਾਵੇਂ ਦੇਵਤਾ ਵੀ ਕਿਉਂ ਨਾ ਖੜ ਜਾਵੇ ਆ ਕੇ, ਪਰ ਉਹਦੇ ਅੱਗੇ ਪਿੱਛੇ ਹੋ ਕੇ ਬੋਲ ਚਾਲ ਕੇ ਉਹਦੇ ਨਾਲ ਖਾ ਪੀ ਕੇ ਇਹ ਵੇਖਣਗੇ ਵੀ ਇਹਦੇ ਕੋਲ ਔਗਣ ਕਿਹੜਾ, ਇਹਦੇ ਕੋਲ ਮਾੜਾ ਕਰਮ ਕਿਹੜਾ ਇਹ ਕਰਦਾ, ਕਿਹੜੀ ਊਣਤਾਈ ਇਹਦੇ ਕੋਲ ਜਿਹੜੀ ਮੈਂ ਲੱਭਾਂ ਤੇ ਦੁਨੀਆ ਨੂੰ ਦੱਸਾਂ। ਕਿਉਂਕਿ ਦੁਨੀਆ ਆਖਦੀ ਫਲਾਣਾ ਬੰਦਾ ਬੜਾ ਚੰਗਾ। ਜਦੋਂ ਦੁਨੀਆ ਇਹ ਗੱਲ ਕਹਿੰਦੀ ਮੈਨੂੰ ਗੁੱਸਾ ਲੱਗਦਾ ਵੀ ਉਹਨੂੰ ਚੰਗਾ ਕਿਉਂ ਕਿਹਾ, ਮੈਨੂੰ ਕਿਉਂ ਨਹੀਂ ਕਿਹਾ। ਜੇ ਦੁਨੀਆ ਉਹਨੂੰ ਚੰਗਾ ਕਹਿੰਦੀ ਹੈ, ਮੈਂ ਉਹਦਾ ਕੋਈ ਇਹੋ ਜਿਹਾ ਔਗਣ ਲੱਭ ਕੇ ਲੈ ਕੇ ਆਵਾਂ, ਮੈਂ ਦੁਨੀਆ ਨੂੰ ਦੱਸਾਂ ਤੁਸੀਂ ਤੇ ਚੰਗਾ ਆਖ ਦਿਓ, ਪਰ ਇਹਦੇ ਵਿੱਚ ਤੇ ਇਹ ਔਗਣ ਸੁਭਾਅ ਬਣ ਗਿਆ ਕੀੜੀ ਵਰਗਾ। ਸਾਰੇ ਗੁਣ ਇੱਕ ਪਾਸੇ ਕਰ ਦਿੱਤੇ। ਬਸ ਕੀੜੀ ਜਿਵੇਂ ਪੱਥਰ ਵਿੱਚੋਂ ਸੁਰਾਖ ਲੱਭਦੀ ਹੈ, ਇੱਕ ਔਗਣ ਲੱਭਣ ਵਾਸਤੇ ਲੱਗਾ ਹੋਇਆ। ਮਹਾਰਾਜ ਕਹਿਣ ਲੱਗੇ, ਭਗਤ ਰਵਿਦਾਸ ਜੀਆਂ ਦੀ ਰਸਨਾ ਤੋਂ ਕਹਿਣ ਲੱਗੇ, ਭਾਈ ਮੇਰੀ ਜਿਹੜੀ ਬਿਰਤੀ ਹੈ ਨਾ ਉਹ ਇਸ ਤਰ੍ਹਾਂ ਦੀ ਨਹੀਂ ਹੈ। ਕੋਈ ਬੁੱਧੀ ਖੋਟੀ ਖੋਟੀ ਮਤ ਰੂਪੀ ਰੰਬੀ ਮੇਰੇ ਕੋਲ ਨਹੀਂ ਹੈ, ਜਿਹਦੇ ਕਰਕੇ ਮੈਂ ਠਾਓ ਰੂਪੋਂ ਦੂਜਿਆਂ ਦੇ ਹਿਰਦੇ ਵਿੱਚੋਂ ਗੁਣ ਲੱਭਦਾ ਔਗਣ ਲੱਭਦਾ ਫਿਰਾਂ ਤੇ ਆਪ ਔਗਣੀ ਬਣ ਜਾਵਾਂ। ਨਾ ਮੇਰੇ ਕੋਲ ਇੰਨਾ ਸਮਾਂ, ਨਾ ਮੇਰੇ ਕੋਲ ਇੰਨੀ ਸੋਚ ਹੈ। ਭਗਤ ਐਵੇਂ ਨਹੀਂ ਬਣਿਆ ਜਾਂਦਾ। ਗੁਰਬਾਣੀ ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਜਾਂਦੀ। ਦੁਨੀਆ ਤੇ ਨਾਮ ਐਵੇਂ ਨਹੀਂ ਰਹਿ ਜਾਂਦਾ। ਇਹ ਗੁਣ ਧਾਰਨ ਕਰਨੇ ਪੈਂਦੇ ਜਿਹੜੇ ਭਗਤ ਰਵਿਦਾਸ ਜੀਆਂ ਨੇ ਧਾਰਨ ਕੀਤੇ ਹੋਏ। ਕਹਿਣ ਲੱਗੇ ਮੇਰੇ ਕੋਲ ਭਾਈ ਖੋਟੀ ਬੁੱਧੀ ਰੂਪੀ ਰੰਬੀ ਵੀ ਨਹੀਂ ਹੈ, ਜਿਹਦੇ ਕਰਕੇ ਮੈਂ ਦੂਜਿਆਂ ਦੇ ਔਗਣ ਲੱਭਦਾ ਫਿਰਾਂ, ਆਪਣੇ ਔਗਣ ਗਵਾ ਕੇ ਕੇਵਲ ਇਸੇ ਵਾਸਤੇ ਵੀ ਫਲਾਣੇ ਬੰਦੇ ਦੀ ਮੈਂ ਭੰਡੀ ਕਰਨੀ ਹੈ, ਆਪਣੀ ਜੈ ਜੈਕਾਰ ਕਰਾਉਣੀ ਹੈ। ਮੇਰੇ ਕੋਲੋਂ ਬਿਰਤੀ ਨਹੀਂ ਹੈ। ਲੋਕ ਗੰਠ ਗੰਠ ਖਰਾਬੇ ਗੁਚਾ। ਲੋਕ ਜਿਹੜੇ ਨੇ ਨਾ ਦੁਨਿਆਵੀ ਸੰਸਾਰ ਨਾਲ ਪ੍ਰੀਤੀ ਪਾ ਕੇ ਖਰਾ ਬਗੂਚਾ ਕਹੀਏ, ਬਹੁਤੇ ਖਰਾਬ ਹੋ ਰਹੇ ਨੇ। ਜਿਹਦੇ ਨਾਲ ਅੱਜ ਪ੍ਰੇਮ ਪਾਇਆ, ਕੱਲ ਨੂੰ ਜਦੋਂ ਟੁੱਟੇਗਾ ਤੇ ਰੋਣਾ ਤੇ ਪਵੇਗਾ ਨਾ। ਜਿਹਦੇ ਕੋਲ ਅੱਜ ਮਿੱਠੇ ਹੋ ਕੇ ਮਤਬਲ ਲਿਆ, ਕੱਲ ਨੂੰ ਦੇਣਾ ਪਵੇਗਾ। ਨਹੀਂ ਦੇਵੇਗਾ ਤਾਂ ਵੀ ਬਿਪਤਾ ਹੈ। ਕਹਿਣ ਲੱਗੇ ਲੋਕ ਗੰਠ ਗੰਠ, ਦੁਨਿਆਵੀ ਲੋਕ ਜਿਹੜੇ ਨੇ ਦੁਨੀਆ ਨਾਲ ਪ੍ਰੀਤੀ ਪਾ ਕੇ ਖਰਾ ਬਗੂਚਾ ਬਹੁਤੇ ਖਰਾਬ ਹੋ ਰਹੇ ਨੇ। ਇਸ ਕਰਕੇ ਮੈਂ ਦੁਨੀਆ ਨਾਲ ਪ੍ਰੀਤੀ ਪਾਉਣੀ ਨਹੀਂ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਇਸ ਕਰਕੇ ਹੈ ਪਰਮਾਤਮਾ ਮੈਂ ਤੇ ਪ੍ਰੇਮ ਹੀ ਤੇਰੇ ਨਾਲ ਪਾਇਆ, ਨਾ ਤੇਰੇ ਨਾਲੋਂ ਪ੍ਰੇਮ ਟੁੱਟੇ ਤੇ ਨਾ ਖਰਾਬ ਹੋਣਾ ਪਵੇ। ਦੁਨੀਆ ਨਾਲ ਪ੍ਰੇਮ ਪਾਵੇਂਗਾ ਟੁੱਟੇਗਾ ਵੀ ਤੇ ਖਰਾਬ ਵੀ ਹੋਣਾ ਪਵੇਗਾ। ਇਸ ਕਰਕੇ ਦੁਨਿਆਵੀ ਲੋਕ ਜਿਹੜੇ ਨੇ, ਸੰਸਾਰੀ ਬਿਰਤੀ ਵਾਲੇ ਲੋਕ ਪ੍ਰੀਤੀ ਪਾ ਕੇ ਘਣੇ ਬਹੁਤੇ ਖਰਾਬ ਹੋ ਰਹੇ ਹਨ। ਹਉ ਬਿਨ ਗਾਂਠੇ ਜਾਏ ਪਹੁੰਚਾ। ਭਗਤ ਜੀ ਕਹਿਣ ਲੱਗੇ ਅਸੀਂ ਤੇ ਬਿਨਾਂ ਗਾਂਠ ਤੋਂ, ਬਿਨਾਂ ਸੰਸਾਰੀ ਲੋਕਾਂ ਨਾਲ ਪ੍ਰੀਤੀ ਪਾਏ ਤੋਂ ਬਿਨਾਂ ਜਾਏ ਪਹੁੰਚਾ, ਆਪਣੀ ਮੰਜ਼ਿਲ ਤੇ ਪਹੁੰਚ ਗਏ, ਪਰਮਾਤਮਾ ਨੂੰ ਮਿਲ ਲਿਆ। ਦੁਨੀਆ ਦੇ ਲੋਕ ਤੇ ਸੰਸਾਰ ਨਾਲ ਪ੍ਰੀਤੀ ਪਾਈ ਬੈਠੇ ਵੀ ਆ ਵੀ ਆਪਣਾ ਬਣਾ ਲਵਾਂ, ਆ ਵੀ ਆਪਣਾ ਬਣਾ ਲਵਾਂ। ਪਰ ਭਗਤ ਜੀ ਕਹਿਣ ਲੱਗੇ ਅਸੀਂ ਤੇ ਬਿਨਾਂ ਹੀ ਸੰਸਾਰੀ ਲੋਕਾਂ ਦੇ ਬਣਾਉਣ ਨਾਲੋਂ, ਮਿਲਣ ਨਾਲੋਂ ਜਾਏ ਪਹੁੰਚਾ ਰੱਬ ਦੇ ਦਰ ਤੇ ਪਹੁੰਚ ਗਏ ਹਾਂ। ਸਾਨੂੰ ਸੰਸਾਰੀ ਲੋਕਾਂ ਦੀ ਬਿਰਤੀ ਪਿਆਰ ਨਹੀਂ ਚਾਹੀਦਾ, ਪ੍ਰੀਤੀ ਨਹੀਂ ਚਾਹੀਦੀ ਹੈ। ਸਾਡੀ ਪ੍ਰੀਤੀ ਤੇ ਪ੍ਰਮਾਤਮਾ ਨਾਲ ਬਣ ਗਈ ਹੈ। ਇਸ ਕਰਕੇ ਅਸੀਂ ਉਹ ਪ੍ਰੀਤ ਦੀ ਗੰਢ ਦੇ ਕੇ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਇਹ ਬਚਨ ਅਸੀਂ ਕਮਾ ਕੇ ਪ੍ਰਮਾਤਮਾ ਨਾਲ ਪ੍ਰੀਤੀ ਪਾ ਕੇ ਉਹਦੇ ਦਰ ਤੇ ਪਹੁੰਚ ਗਏ, ਉਹਦੇ ਦਰ ਤੇ ਪ੍ਰਵਾਨ ਹੋ ਗਏ। ਹਾਂ ਰਵਿਦਾਸ ਜਪੈ ਰਾਮ ਨਾਮਾ। ਰਵਿਦਾਸ ਜੀ ਕਹਿਣ ਲੱਗੇ ਅਸੀਂ ਤੇ ਰਾਮ ਦੇ ਨਾਮ ਨੂੰ ਜਪਦੇ ਹਾਂ। ਜਿਹੜਾ ਰਮਿਆ ਹੋਇਆ ਰਾਮ ਹੈ ਨਾ ਪਰਮਾਤਮਾ, ਉਹਦੇ ਨਾਮ ਨੂੰ ਜਪਦੇ 24 ਘੰਟੇ ਹਰ ਵੇਲੇ ਉਹਦੇ ਨਾਮ ਨੂੰ ਜਪਦੇ ਹਾਂ। ਊਠਤ ਬੈਠਤ ਸੋਵਤ ਨਾਮ ਕਹੋ ਨਾਨਕ, ਜਨ ਕੇ ਸਦ ਕਾਮ। ਜਿਹੜੇ ਜਨ ਭਗਤ ਹੁੰਦੇ ਉਹਨਾਂ ਦਾ ਸ੍ਰੇਸ਼ਟ ਕੰਮ ਇਹ ਹੈ, ਉੱਠਦਿਆਂ ਵੀ ਰਾਮ ਰਾਮ, ਬੈਠਿਆਂ ਵੀ, ਚਲਦਿਆਂ ਵੀ, ਸੁੱਤਿਆਂ ਵੀ। ਭਗਤ ਜੀ ਕਹਿਣ ਲੱਗੇ ਮੈਂ ਤੇ ਬਸ ਰਾਮ ਦੇ ਨਾਮ ਨੂੰ ਜਪਦਾ। ਮੈਨੂੰ ਨਹੀਂ ਪਤਾ ਵੀ ਇਹ ਰੰਬੀ ਸੋਨੇ ਦੀ ਬਣ ਗਈ ਹੈ ਕਿ ਲੋਹੇ ਦੀ ਰਹਿ ਗਈ ਹੈ, ਤੇ ਨਾ ਹੀ ਮੇਰੀ ਬਿਰਤੀ ਹੈ ਦੁਨਿਆਵੀ। ਮੈਂ ਤੇ ਰਾਮ ਦੇ ਨਾਮ ਨੂੰ ਜਪਣ ਵਿੱਚ ਲੱਗਾ ਹੋਇਆ ਹਾਂ। ਮੋਹਿ ਜਮ ਸਿਓ ਨਾਹੀ ਕਾਮਾ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦਾ ਫਿਰ ਜਮਾਂ ਨਾਲ ਕੰਮ ਨਹੀਂ ਰਹਿ ਜਾਂਦਾ, ਤੇ ਜਿਹਦਾ ਜਮਾਂ ਨਾਲ ਕੰਮ ਨਾ ਰਹਿ ਜਾਵੇ ਉਹਦੇ ਕੋਲ ਡਰ ਵੀ ਨਹੀਂ ਰਹਿ ਜਾਂਦਾ। ਹੁਣ ਸਾਨੂੰ ਡਰ ਤੇ ਤਾਂ ਨਾ, ਸਾਨੂੰ ਦੁਨੀਆ ਦੇ ਲੋਕਾਂ ਨਾਲ ਕੰਮ ਹੈ ਵੀ ਇਹਦੇ ਨਾਲ ਕਿਤੇ ਵਿਗੜ ਨਾ ਜਾਵੇ, ਕੱਲ ਨੂੰ ਮਤਲਬ ਨਹੀਂ ਦੇਵੇਗਾ।
ਤੇ ਭਗਤ ਜੀ ਕਹਿਣ ਲੱਗੇ ਮੇਰਾ ਤੇ ਜਮਾਂ ਨਾਲ ਕੰਮ ਰਹਿ ਹੀ ਕੋਈ ਨਹੀਂ ਗਿਆ, ਕਿਉਂਕਿ ਨਾ ਜਮ ਮੇਰੇ ਕੋਲ ਆ ਸਕਦੇ, ਨਾ ਮੇਰੇ ਕੋਲੋਂ ਲੇਖਾ ਲੈ ਸਕਦੇ, ਨਾ ਮੈਂ ਜਮਾਂ ਦਾ ਕੁਝ ਦੇਣਾ ਹੈ, ਇਸ ਕਰਕੇ ਜਮਾਂ ਦਾ ਡਰ ਕੋਈ ਨਹੀਂ ਹੈ। ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਓ ਨਾ ਹੀ ਕਾਮਾ। ਮੇਰਾ ਜਮਾਂ ਦੇ ਨਾਲ ਹੁਣ ਕੋਈ ਲੈਣਾ ਦੇਣਾ ਰਹਿ ਹੀ ਨਹੀਂ ਗਿਆ, ਸਾਰੇ ਲੇਖੇ ਜੋਖੇ ਖਤਮ ਹੋ ਗਏ, ਸਾਰਾ ਹਿਸਾਬ ਕਿਤਾਬ ਜਮਾਂ ਨਾਲੋਂ ਮੁੱਕ ਗਿਆ, ਇਸ ਕਰਕੇ ਮੈਨੂੰ ਜਮਾਂ ਦਾ ਡਰ ਹੀ ਕੋਈ ਨਹੀਂ ਰਹਿ ਗਿਆ। ਕਿਉਂ ਨਹੀਂ ਰਹਿ ਗਿਆ? ਕਿਉਂਕਿ ਮੈਂ ਰਾਮ ਦੇ ਨਾਮ ਨੂੰ ਜਪਿਆ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸ ਜਾਵੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਤਿਉ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਰਵਿਦਾਸ ਜਪੈ ਰਾਮ ਨਾਮਾ, ਮੋਹਿ ਜਮ ਸਿਓ ਨਾਹੀ ਕਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।